ਕੀ ਹਾਲ ਹੈ? ਠੀਕ ਹੋ? ਠੀਕ ਹੈ। ਅੱਜ ਦਾ ਟੌਪਿਕ ਜੋ ਜਦ ਮੈਨੂੰ ਪਤਾ ਲੱਗਿਆ ਕਿ ਮੈਂ 7 ਤਰੀਕ ਨੂੰ ਤੁਹਾਡੇ ਨਾਲ ਮੇਰੀ ਮੁਲਾਕਾਤ ਹੈ, ਇਹ ਮੈਨੂੰ 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀ। ਮਤਲਬ ਸ਼ਾਇਦ 1 ਮਹੀਨੇ ਤੋਂ ਵੀ ਪਹਿਲਾਂ ਮੈਨੂੰ ਦੱਸ ਦਿੱਤਾ ਗਿਆ ਸੀ ਕਿ 7 ਤਰੀਕ ਨੂੰ ਵੀ ਤੁਸੀਂ ਆਫਿਸ ਆਉਣਾ ਹੈ। ਤੇ ਬਹੁਤ ਔਖਾ ਹੋ ਜਾਂਦਾ ਟੌਪਿਕ ਚੁਣਨਾ, ਕਿਉਂਕਿ ਜੇ ਤਾਂ ਸਕੂਲਾਂ ਦੇ ਬੱਚੇ ਹੋਣ ਫਿਰ ਤਾਂ ਅੱਛਾ, ਸਕੂਲਾਂ ਦੇ ਵਿੱਚ ਕੰਮ ਕਰਕੇ ਦੇਖਿਆ, ਸਕੂਲਾਂ ਦੇ ਬੱਚਿਆਂ ਲਈ ਵੀ ਤਿਆਰੀ ਕਰਨੀ ਪੈਂਦੀ। ਤੁਸੀਂ ਸਕੂਲਾਂ ਦੇ ਬੱਚਿਆਂ ਨੂੰ ਵੀ ਐਵੇਂ ਨਹੀਂ ਜਾ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਸਕਦੇ, ਉਹ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਹੈ। ਔਰ ਜਦ ਇੱਕ ਐਸੀ ਲੌਬੀ 'ਚ ਜਾਣਾ ਹੋਵੇ, ਇੱਕ ਐਸੀ ਜਗ੍ਹਾ ਜਾਣਾ ਹੋਵੇ ਜਿੱਥੇ ਸਾਰੇ ਮੈਚਿਓਰ ਲੋਕ ਹੈ, ਸਾਰੇ ਫਾਈਨੈਂਸ ਨੂੰ ਡੀਲ ਕਰਦੇ ਹੈ, ਸਾਰੇ ਕਾਰਪੋਰੇਟ 'ਚੋਂ ਆਉਂਦੇ ਹੈ, ਸਾਰਿਆਂ ਦਾ ਇੱਕ ਅੱਛਾ ਖਾਸਾ ਐਕਸਪੀਰੀਅੰਸ ਹੈ, ਫਿਰ ਟੌਪਿਕ ਦੀ ਸਿਲੈਕਸ਼ਨ ਜਿਹੜੀ ਹੈਗੀ ਹੈ ਉਹਦੇ 'ਤੇ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਵਕਤ ਬਹੁਤ ਕੀਮਤੀ ਹੈ। ਔਰ ਟੌਪਿਕ ਐਸਾ ਹੋਵੇ ਕਿ ਤਾਂ ਕਿ ਸਾਡੇ ਸਾਰਿਆਂ ਨੂੰ ਉਹ ਰਾਸ ਆ ਜਾਵੇ। ਮਤਲਬ ਜੇ ਅਸੀਂ ਇੱਥੇ ਵਕਤ ਗੁਜ਼ਾਰਿਆ ਹੈ ਤਾਂ ਸਾਡਾ ਵਕਤ ਜ਼ਾਇਆ ਨਾ ਜਾਏ, ਸਾਡੇ ਹੱਥ ਕੁਛ ਆ ਜਾਏ। ਸੋ ਟੌਪਿਕ ਇੱਦਾਂ ਹੀ ਲੱਭਦੇ ਕਿ ਕੀ ਟੌਪਿਕ ਨੂੰ ਛੇੜਿਆ ਜਾ ਸਕਦਾ, ਕਿਸ ਟੌਪਿਕ ਦੀ ਸ਼ੁਰੂਆਤ ਕੀਤੀ ਜਾ ਸਕਦੀ। ਉਹਦੇ 'ਚ ਇੱਕ ਐਸਾ ਟੌਪਿਕ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਕੁਦਰਤੀ, ਔਰ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਉਹਨੂੰ ਸ਼ੇਅਰ ਕੀਤਾ ਜਾ ਸਕਦਾ, ਕਿਉਂਕਿ ਕੁੱਲ ਮਿਲਾ ਕੇ ਜੇ ਅਸੀਂ ਇੱਕ ਘਰ ਦੀ ਗੱਲ ਕਰਾਂਗੇ, ਅਸੀਂ 4 ਫੈਮਿਲੀ ਮੈਂਬਰ ਉਸ ਘਰ ਦੇ ਇੱਕ ਹੁੰਦੇ। ਜੇ ਅਸੀਂ ਇੱਕ ਮੁਹੱਲੇ ਦੀ ਗੱਲ ਕਰਾਂਗੇ, ਅਸੀਂ ਕੁਛ ਘਰ ਮਿਲ ਕੇ ਮੁਹੱਲਾ ਬਣਦਾ। ਜੇ ਅਸੀਂ ਇੱਕ ਸ਼ਹਿਰ ਦੀ ਗੱਲ ਕਰਾਂਗੇ ਤਾਂ ਕੁਛ ਮੁਹੱਲੇ ਮਿਲ ਕੇ ਇੱਕ ਸ਼ਹਿਰ ਬਣਦਾ। ਜੇ ਅਸੀਂ ਸਟੇਟ ਦੀ ਗੱਲ ਕਰਾਂਗੇ ਤਾਂ ਕੁਛ ਸ਼ਹਿਰ ਮਿਲ ਕੇ ਇੱਦਾਂ ਸਟੇਟ ਬਣਦੇ। ਅਤੇ ਕੁੱਲ ਮਿਲਾ ਕੇ ਜੇ ਆਪਾਂ ਦੇਖਾਂਗੇ, ਜੇ ਧਰਤੀ ਨੂੰ ਅਸੀਂ ਇੱਕ ਦੇਖਾਂਗੇ ਤਾਂ ਫਿਰ ਅਸੀਂ ਸਾਰੇ ਇੱਕੋ ਹੀ ਹਾਂ। ਜੇ ਅਸੀਂ ਦੇਸ਼ ਨੂੰ ਇੱਕ ਦੇਖਾਂਗੇ ਫਿਰ ਅਸੀਂ ਸਾਰੇ ਇੱਕੋ ਹੀ ਹਾਂ। ਜੇ ਅਸੀਂ ਸ਼ਹਿਰ ਨੂੰ ਇੱਕ ਦੇਖਾਂਗੇ ਫਿਰ ਸ਼ਹਿਰ 'ਚ ਰਹਿਣ ਵਾਲੇ ਸਾਰੇ ਇੱਕੋ ਹੀ ਹੈ, ਨਹੀਂ? ਸੋ ਇਸ ਕਰਕੇ ਜਦ ਮੈਂ ਇੱਕ ਇਸ ਤਰ੍ਹਾਂ ਦੀ ਗੱਲ ਦੇਖਦਾ, ਫਿਰ ਇੱਕ ਐਸਾ ਟੌਪਿਕ ਹੈ ਜਿਹੜਾ ਕਿ ਸਾਨੂੰ ਸਾਰਿਆਂ ਲਈ ਸਾਂਝਾ ਹੈ। ਅਸੀਂ ਜਿੱਥੇ ਮਰਜ਼ੀ ਹੋਈਏ, ਲੇਕਿਨ ਅਸੀਂ ਉਸ ਟੌਪਿਕ ਤੋਂ ਭੱਜ ਨਹੀਂ ਸਕਦੇ। ਅਤੇ ਮੈਂ ਸੋਚਿਆ ਕਿ ਉਸ ਟੌਪਿਕ ਨੂੰ ਅੱਜ ਛੇੜਿਆ ਜਾਵੇ ਔਰ ਉਸ ਟੌਪਿਕ 'ਤੇ ਤਹਿਤ ਹੀ ਗੱਲ ਕੀਤੀ ਜਾਵੇ, ਔਰ ਜਿਹਦੇ ਨਾਲ ਕਿ ਕੰਮ ਵੀ ਵਧੇ ਔਰ ਹੋਰ ਚੀਜ਼ਾਂ ਵੀ ਨਾਲ ਸੁਲਝ ਜਾਣ। ਅਤੇ ਉਹ ਮੈਂ ਟੌਪਿਕ ਤੁਹਾਡੇ ਨਾਲ ਜੋ ਸ਼ੇਅਰ ਕਰਨਾ ਚਾਹੁੰਦਾ, ਉਹਦੇ 'ਚ ਇੱਕ ਖਾਸ ਪੁਆਇੰਟ ਜੋ ਮੈਨੂੰ ਲੱਗਿਆ, ਸਾਡੇ ਸਾਰਿਆਂ 'ਚ ਇੱਕ ਕਾਮਨ ਚੀਜ਼ ਹੈ ਕਿ ਸਾਡੇ ਕੋਲ ਲਾਈਫ ਹੈ। ਹਾਂਜੀ, ਸਾਰੇ ਸਾਹ ਲੈਂਦੇ? ਸਾਰੇ ਸਾਹ ਲੈਂਦੇ ਨਾ, ਸਾਰੇ ਜੀਂਦੇ। ਇਹ ਸਾਡੀ ਸਾਰਿਆਂ ਦੀ ਕਾਮਨ ਚੀਜ਼ ਹੈ। ਔਰ ਜਦ ਅਸੀਂ ਜੀਣ ਦੀ ਗੱਲ ਕਰੀਏ ਕਿ ਵਾਕਈ ਅਸੀਂ ਸਾਰੇ ਜੀ ਰਹੇ ਹਾਂ। ਹੈਲੋ, ਸਾਹ ਚੱਲਦੇ, ਇਹਦਾ ਮਤਲਬ ਅਸੀਂ ਇਹ ਤਾਂ ਹੈਗਾ ਕਿ ਅਸੀਂ ਜੀਂਦੇ ਹਾਂ, ਹਲੇ ਸਾਹ ਚੱਲ ਰਹੇ ਹਾਂ, ਲੇਕਿਨ ਕੀ ਅਸੀਂ ਵਾਕਈ ਜੀਂਦੇ ਹਾਂ? ਨਹੀਂ ਜੀ, ਨਹੀਂ ਜੀ। ਕਿਸੇ ਨੇ ਤਜਰਬਾ ਕਰਨਾ ਹੋਵੇ ਕਰਕੇ ਦੇਖ ਸਕਦਾ ਬਈ ਜਿਹੜੀ ਜ਼ਿੰਦਗੀ ਤੁਹਾਡੀ ਲੰਘੀ ਹੈ ਜਾਂ ਜਿਹੜੀ ਜ਼ਿੰਦਗੀ ਤੁਹਾਡੀ ਲੰਘ ਰਹੀ ਹੈ, ਹੈਲੋ, ਕੀ ਤੁਸੀਂ ਇਹ ਕਲਪਨਾ ਕਰ ਸਕਦੇ ਕਿ ਤੁਸੀਂ ਇਹ ਪ੍ਰਾਰਥਨਾ ਕਰ ਸਕਦੇ ਕਿ ਤੁਹਾਡੇ ਬੱਚਿਆਂ ਦੀ ਵੀ ਇੱਦਾਂ ਦੀ ਜ਼ਿੰਦਗੀ ਨਿਕਲੇ? ਹੈਲੋ, ਇਹਦਾ ਮਤਲਬ ਗੜਬੜ ਤਾਂ ਹੈ, ਮਤਲਬ ਜੀਵਨ ਉਹ ਨਹੀਂ ਹੈ, ਨਹੀਂ? ਮੈਂ ਇੱਕ ਟੀਚਰ ਹਾਂ ਔਰ ਮੇਰੀ ਜ਼ਿੰਦਗੀ ਦੇ ਜ਼ਿਆਦਾਤਰ ਵਕਫਾ ਸਮਾਂ ਟੀਚਿੰਗ 'ਚ ਹੀ ਗੁਜ਼ਰਿਆ। मैं स्टूडेंट भी पढ़ाए हैं, मैं टीचर भी पढ़ाए, मैं बंदे भी पढ़ाए हैं।
ਔਰ ਜਿਹੜਾ ਟੀਚਰ ਹੁੰਦਾ ਹੈ, ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਉਹਦੇ ਹੱਥ ਤੱਤ ਲੱਗਣੇ ਸ਼ੁਰੂ ਹੋ ਜਾਂਦੇ। ਕੁਝ ਤੱਤ ਹੈ ਮੇਰੇ ਹੱਥ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਔਰ ਜੇ ਤੁਸੀਂ ਉਹ ਤੱਤਾਂ ਨੂੰ ਆਪਣੀ ਜ਼ਿੰਦਗੀ ਔਰ ਆਪਣੇ ਨਿਆਣਿਆਂ 'ਚ ਅਪਣਾਇਆ ਤਾਂ ਬਹੁਤ ਬੜਾ ਚਮਤਕਾਰ ਜ਼ਿੰਦਗੀ 'ਚ ਹੋ ਸਕਦਾ। ਤੁਸੀਂ ਖੁੱਲ੍ਹ ਕੇ ਮੇਰੇ ਨਾਲ ਗੱਲ ਕਰ ਸਕਦੇ, ਖੁੱਲ੍ਹ ਕੇ ਮੈਨੂੰ ਪ੍ਰਸ਼ਨ ਕਰ ਸਕਦੇ ਹੋ, ਸਵਾਲ ਕਰ ਸਕਦੇ, ਜੋ ਗੱਲ ਵੀ ਮੈਂ ਇੱਥੇ ਤੁਹਾਡੇ ਨਾਲ ਕਰਨ ਲੱਗਿਆ। ਇੱਕ ਜਿਹੜਾ ਜੀਂਦਾ ਬੰਦਾ ਹੈਗਾ ਉਹ ਇੱਕ ਟਾਈਮ ਦੇ ਵਿੱਚ 3 ਜਗ੍ਹਾ 'ਤੇ ਮਤਲਬ ਉਹਦੀ ਕੋਲ ਜਿਹੜੀ ਪੋਸੀਬਲ ਜਗ੍ਹਾ ਉਹ 3 ਹੈ। ਜਾਂ ਤਾਂ ਉਹ ਇਕੱਲਾ ਹੈ, ਜਾਂ ਉਹ ਗਰੁੱਪ 'ਚ ਹੈ। ਹੈਲੋ, ਜਾਂ ਤਾਂ ਇੱਕ ਬੰਦਾ ਇਕੱਲਾ ਹੋਏਗਾ ਜਾਂ ਉਹ ਗਰੁੱਪ 'ਚ ਹੋਏਗਾ। ਗਰੁੱਪ 2 ਤਰ੍ਹਾਂ ਦੇ ਹੈ, ਜਾਂ ਤਾਂ ਉਹ ਫੈਮਿਲੀ 'ਚ ਹੈ, ਜਾਂ ਫਰੈਂਡਸ 'ਚ ਹੈਗਾ, ਜਾਂ ਉਹ ਆਪਣੇ ਕੰਮ 'ਚ ਹੈ। ਹੈਲੋ, ਇਸ ਤੋਂ ਇਲਾਵਾ ਤਾਂ ਕਿਤੇ ਨਹੀਂ ਹੈ। ਜਾਂ ਬੰਦਾ ਇਕੱਲਾ ਹੈ, ਜਾਂ ਪਰਿਵਾਰ 'ਚ ਹੈ, ਜਾਂ ਕੰਮ ਕਰਨ ਵਾਲੇ ਲੋਕਾਂ 'ਚ। 3 ਜਗ੍ਹਾ 'ਚੋਂ ਇੱਕ ਜਗ੍ਹਾ 'ਚ ਹੋਏਗਾ। ਜਿਹੜੇ ਤਾਂ ਕਾਮਯਾਬ ਲੋਕ ਹੈ, ਸਕਸੈਸਫੁਲ ਲੋਕ ਹੈ, ਜਿਹੜੇ ਤਾਕਤਵਰ ਲੋਕ ਹੈ, ਜਿਨ੍ਹਾਂ ਨੂੰ ਕੁਝ ਸਮਝ ਆਇਆ, ਉਹ ਆਰਾਮ ਦੇ ਨਾਲ ਇੱਧਰ ਉੱਧਰ ਆ ਜਾ ਸਕਦੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹ ਆਪਾਂ ਥੋੜ੍ਹੇ ਲਈ ਇਹਨੂੰ ਚੱਕ ਦਿੰਦੇ ਹਾਂ। ਮਤਲਬ ਉਹ ਫੈਮਿਲੀ 'ਚ ਵੀ ਚਲ ਜਾਂਦੇ ਇੱਦਾਂ ਹੀ ਬਿਨਾਂ ਕੁਝ ਬਦਲਾਅ ਕੀਤੇ, ਉਹ ਕੰਮ 'ਚ ਵੀ ਚਲ ਜਾਂਦੇ ਇੱਦਾਂ ਹੀ ਬਿਨਾਂ ਕੁਝ ਬਦਲਾਅ ਕੀਤੇ, ਉਹ ਇਕੱਲੇ ਵੀ ਜੇ ਰਹਿਣ ਤਾਂ ਵੀ ਉਹ ਉੱਦਾਂ ਦੇ ਹੀ ਹੁੰਦੇ, ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ। ਇਹ ਗੱਲਾਂ ਦੀ ਲੋੜ ਇਸ ਪਲੇਟਫਾਰਮ 'ਤੇ ਕਿਉਂ ਪਈ, ਥੋੜ੍ਹਾ ਜਿਹਾ ਮੈਂ ਇਸ ਚੀਜ਼ ਨੂੰ ਨਾਲ ਸ਼ੇਅਰ ਕਰਨਾ। ਜਿੱਦਾਂ ਸ਼ਿਲਪਾ ਨੇ ਦੱਸਿਆ ਕਿ ਇਹਨੇ ਜੋਬ ਕੀਤੀ, ਕਈ ਜਗ੍ਹਾ ਕੰਮ ਕੀਤਾ, ਕਾਰਪੋਰੇਟ 'ਚ ਕੰਮ ਕੀਤਾ, ਔਰ ਅੱਜ ਇਹ ਇੱਕ ਆਪਣੀ ਕੰਪਨੀ ਰਨ ਕਰ ਰਹੇ। ਜੋ ਇਹ ਨੋਟ ਕੀਤਾ ਗਿਆ, ਜਿੱਦਾਂ ਇਹਨੇ ਦੱਸਿਆ ਕਿ ਲੋਕੀ ਯੂਜ਼ ਐਂਡ ਥਰੋ ਦਾ ਫਾਰਮੂਲਾ ਇਸਤੇਮਾਲ ਕਰਦੇ ਵੀ ਜਿੰਨੀ ਦੇਰ ਤੁਹਾਡੀ ਲੋੜ ਹੈ ਤਾਂ ਠੀਕ ਹੈ, ਜੇ ਤੁਹਾਡੀ ਲੋੜ ਨਹੀਂ ਹੈ ਤਾਂ ਤੁਸੀਂ ਕੌਣ ਤੇ ਮੈਂ ਕੌਣ, ਨਹੀਂ। ਲੇਕਿਨ ਇੱਕ ਹੋਰ ਥਿਊਰੀ ਹੈ ਜਿਸ ਚੀਜ਼ ਦੀ ਅੱਜ ਅਸੀਂ ਕਮੀ ਮਹਿਸੂਸ ਕਰਦੇ ਹਾਂ। ਜੇ ਅਸੀਂ ਬੰਦੇ ਨੂੰ ਪੱਕਾ ਆਪਣੇ ਨਾਲ ਜੋੜ ਲਈਏ ਫਿਰ, ਔਰ ਜਿਹੜੀ ਤਰੱਕੀ ਹੈ ਉਹਦੇ 'ਚ ਵੀ ਉਹਦੀ ਸਾਂਝ ਹੋਵੇ, ਫਿਰ ਰੋਜ਼-ਰੋਜ਼ ਮਿਹਨਤ ਕਰਨ ਦੀ ਲੋੜ ਨਹੀਂ ਨਾ ਹੈਗੀ। ਪਹਿਲੇ ਨਵਾਂ ਬੰਦਾ ਅਸੀਂ ਜੋੜਾਂਗੇ, ਫਿਰ ਉਹਨੂੰ ਤਿਆਰ ਕਰਾਂਗੇ, ਫਿਰ ਅਸੀਂ ਉਹ ਤੋਂ ਕੰਮ ਲੈ ਰਹੇ, ਉਹ ਸਾਡੇ ਤੋਂ ਕੰਮ ਲੈ ਰਿਹਾ, ਜੁੜਿਆ ਕੋਈ ਇੱਕ ਦੂਜੇ ਨਾਲ ਨਹੀਂ ਹੈਗਾ। ਜਿੱਦਣ ਉਹਨੂੰ ਮੌਕਾ ਲੱਗਿਆ ਉਹਨੇ ਨਿਕਲ ਜਾਣਾ, ਜਿੱਦਣ ਤੁਹਾਨੂੰ ਮੌਕਾ ਲੱਗਿਆ ਤੁਸੀਂ ਛੱਡ ਦੇਣਾ। ਹੈਲੋ, ਇੱਥੇ ਅਸੀਂ ਇੱਕ ਕੋਸ਼ਿਸ਼ ਜੋ ਕਰਨ ਲੱਗੇ ਹੈ ਸ਼ਿਲਪਾ ਹੋਣੀ, ਉਹ ਇਹ ਹੈ ਕਿ ਅਸੀਂ ਕੰਪਨੀ ਤਾਂ ਵਧਾਉਣੀ ਹੈ, ਕੰਮ ਤਾਂ ਵਧਾਉਣਾ ਹੈ, ਲੇਕਿਨ ਵਧਾਉਣਾ ਫੈਮਿਲੀ ਦੇ ਨਾਲ ਹੈ। ਇਹ ਇੱਕ ਬਦਲਾਅ ਜਿਹੜਾ ਹੈਗਾ ਉਹ ਇੱਥੇ ਇਹ ਕਰਨ ਲੱਗੇ ਕਿ ਅਸੀਂ ਫੈਮਲੀਆਂ ਜੋੜਨੀਆਂ। ਔਰ ਜੇ ਫੈਮਲੀਆਂ ਜੁੜ ਗਈਆਂ ਕੋਈ ਵੀ ਨਹੀਂ ਗਿਰਦਾ। ਫਿਰ ਫੈਮਲੀ, ਜੁਆਇੰਟ ਫੈਮਲੀ ਦੀ ਤਾਕਤ ਇਹ ਹੁੰਦੀ ਹੈ, ਇੱਕ ਅੱਧਾ ਬੰਦਾ ਗਿਰਦਾ ਹੋਵੇ ਬਾਕੀ ਸਾਰੇ ਖੜਾ ਕਰ ਲੈਂਦੇ ਉਹਨੂੰ। ਮੈਂ ਜੁਆਇੰਟ ਫੈਮਲੀ 'ਚ ਰਹਿੰਦਾ, ਸਾਡੇ ਘਰ 'ਚ 4 ਨਿਆਣੇ, ਔਰ 4 ਨਿਆਣਿਆਂ ਨੂੰ ਪੂਰੀ ਖੁੱਲ੍ਹ ਹੈ, ਉਹ ਕਿਸੇ ਵੀ ਬੜੇ ਬੰਦੇ ਤੋਂ ਪੈਸੇ ਮੰਗ ਸਕਦੇ, ਉਹਨਾਂ ਨੂੰ ਇਹ ਸੋਚਣਾ ਨਹੀਂ ਪੈਂਦਾ ਕਿ ਕੌਣ ਕਿਹਦਾ। ਹੈਲੋ, ਔਰ ਬਹੁਤ ਘਟਨਾਵਾਂ ਘਟਦੀਆਂ ਜ਼ਿੰਦਗੀ ਜਦ ਤੁਹਾਡੇ ਕੋਲ ਹੁੰਦੀ ਹੈ, ਤੇ ਕੁਝ ਘਟਨਾਵਾਂ ਐਸੀਆਂ ਘਟੀਆਂ ਜੇ ਸਾਡੀ ਜੁਆਇੰਟ ਫੈਮਿਲੀ ਨਹੀਂ ਹੁੰਦੀ ਤੇ ਸ਼ਾਇਦ ਅਸੀਂ ਉਹਨੂੰ ਫੇਸ ਨਹੀਂ ਕਰ ਸਕਦੇ ਸੀ। ਬਹੁਤ ਜ਼ਰੂਰੀ ਹੈ। ਉਸੀ ਥਿਊਰੀ ਦੇ ਉੱਪਰ ਅਸੀਂ ਇੱਥੇ ਐਕਸਪੈਰੀਮੈਂਟ ਕਰਨ ਲੱਗੇ ਕਿ ਕੀ ਕਾਰਪੋਰੇਟ 'ਚ ਵੀ ਫੈਮਿਲੀ ਜੋੜੀ ਜਾ ਸਕਦੀ ਹੈ। ਹੈਲੋ, ਜ਼ਰੂਰੀ ਥੋੜ੍ਹੇ ਕਿ ਸਾਰੇ ਇੰਪਲੋਈ ਹੋਣ, ਕਿ ਆਪਾਂ ਪਰਿਵਾਰਕ ਤੌਰ ਤੇ ਇਕੱਠੇ ਨਹੀਂ ਹੋ ਸਕਦੇ ਸਾਰੇ।
रोज रोज कितनी देर लभते रहांगे काम, कितनी देर देखते रहांगे कि अज आ करी अज वो करी अज वो करी। नहीं, इसी सोच ਨੂੰ ਲੈ ਕੇ, इसी थ्योरी ਨੂੰ ਲੈ ਕੇ ਇੱਥੇ ਉਹ ਸਾਰੀ ਸ਼ੁਰੂਆਤ ਅਸੀਂ ਕੀਤੀ। ਕਿਸੇ ਕਾਰਪੋਰੇਟ 'ਚ ਇਦਾਂ ਦੀ ਮੀਟਿੰਗ ਨਹੀਂ ਹੁੰਦੀ। ਉੱਥੇ ਮੀਟਿੰਗ ਕੀ ਹੁੰਦੀ, ਟਾਰਗੇਟ ਕਿੰਨਾ, ਡੀਲ ਕਲੋਜ਼ ਕਿੱਦਾਂ ਕਰਨੀ, ਜੋ ਮੈਨੂੰ ਮਾੜਾ ਮੋਟੀ ਲੈਂਗੁਏਜ ਪਤਾ ਹੈ। ਨਹੀਂ, ਕਿੱਦਾਂ ਪੈਸੇ ਕਢਾਣੇ, ਕਿੱਦਾਂ ਕਿਆ ਕਰਨਾ ਆਹ ਸਾਰੀਆਂ ਚੀਜ਼ਾਂ। ਲੇਕਿਨ ਅਸੀਂ ਇੱਥੇ ਸ਼ੁਰੂਆਤ ਕੀਤੀ ਕਿ ਅਸੀਂ ਨਹੀਂ, ਅਸੀਂ ਪਰਿਵਾਰ ਜੋੜਨੇ। ਔਰ ਜੇ ਪਰਿਵਾਰ ਜੁੜ ਗਏ ਫਿਰ ਸਾਨੂੰ ਆਪਸ 'ਚ ਕੋਈ ਨਹੀਂ ਹਿਲਾ ਸਕਦਾ। ਔਰ ਜੇ ਇੱਕ ਅੱਧਾ ਕੋਈ ਥੱਲੇ ਗਿਰਦਾ ਵੀ ਹੋਊਗਾ ਬਾਕੀ ਜਣੇ ਚੱਕ ਲੈਣਗੇ। ਔਰ ਇਹਦਾ ਦੂਜਾ ਫਾਇਦਾ ਕੀ ਹੈ, ਮੈਂ ਕਿਹਾ ਸੀ ਸੌਖਾ ਨਹੀਂ ਹੈ ਤੁਹਾਡੇ ਨਾਲ ਗੱਲ ਕਰਨਾ, ਤਜਰਬੇਕਾਰ ਬੰਦੇ ਹੋ, ਸੌਖਾ ਨਹੀਂ ਹੈ। ਲੇਕਿਨ ਮੇਰਾ ਇੱਕ ਹੋਰ ਵੀ ਐਕਸਪੀਰੀਅੰਸ ਇਹ ਕਹਿੰਦਾ ਕਿ ਤਜਰਬੇਕਾਰ ਬੰਦੇ ਨਾਲ ਗੱਲ ਕਰਨਾ ਆਸਾਨ ਹੋ ਜਾਂਦਾ, ਬੇਤਜਰਬੇਕਾਰ ਨਾਲ ਗੱਲ ਕਰਨਾ ਥੋੜਾ ਔਖਾ ਹੈ, ਲੇਕਿਨ ਤਜਰਬੇਕਾਰ ਬੰਦੇ ਨਾਲ ਗੱਲ ਕਰਨਾ ਆਸਾਨ ਹੋ ਜਾਂਦਾ। ਆਪਣੇ ਇੱਕ ਵਾਰ ਸੋਚ ਕੇ ਦੇਖਿਓ, ਸਾਡੇ ਆਸੇ ਪਾਸੇ ਕੀ ਲੋਕਾਂ ਨੂੰ ਇਕੱਠੇ ਰਹਿਣਾ ਆਉਂਦਾ? ਕਿੰਨੇ ਘਰ ਪਰਿਵਾਰ ਹੈ ਜਿਹੜੇ ਬਿਨਾਂ ਕਲੇਸ਼ ਤੋਂ ਚੱਲ ਰਹੇ ਹੈ? 10% ਆ ਹੀ ਰਹੇ ਨੇ। ਕਿੰਨੇ ਮੀਆਂ ਬੀਬੀ ਜਿਹੜੇ ਖੁਸ਼ ਰਹਿ ਰਹੇ? ਕਿੰਨੇ ਵਿਆਹ ਹੈ ਜਿਹੜੇ ਪਹਿਲੇ ਇੰਨਾ ਤਲਾਕ ਨਹੀਂ ਹੁੰਦਾ ਸੀ, ਅੱਜ ਇੱਦਾਂ? ਲੋਕਾਂ ਨੂੰ ਇਕੱਠੇ ਰਹਿਣਾ ਨਹੀਂ ਆਉਂਦਾ, ਲੋਕਾਂ ਨੂੰ ਇੱਕ ਛੱਤ ਥੱਲੇ ਰਹਿਣਾ ਨਹੀਂ ਆਉਂਦਾ, ਲੋਕਾਂ ਨੂੰ ਮਿਲ ਕੇ ਰਹਿਣਾ ਨਹੀਂ ਆਉਂਦਾ। ਜਦ ਮਿਲ ਕੇ ਰਹਿਣਾ ਨਹੀਂ ਆਉਂਦਾ, ਇਕੱਠੇ ਰਹਿਣਾ ਨਹੀਂ ਆਉਂਦਾ, ਡਿਪਰੈਸ਼ਨ ਤਾਂ ਵਧੇਗਾ ਨਾ, ਪ੍ਰੋਬਲਮ ਤਾਂ ਵਧੇਗੀ। ਬੰਦੇ ਨੂੰ ਜਨਾਨੀ ਨਹੀਂ ਸਾਂਭਣੀ ਆਉਂਦੀ, ਜਨਾਨੀ ਨੂੰ ਬੰਦਾ ਨਹੀਂ ਸਾਂਭਣਾ ਆਉਂਦਾ, ਟੈਨਸ਼ਨਾਂ ਵਧਣੀਆਂ। ਹਾਂ ਸਰ, ਤੁਸੀਂ ਕੰਮ ਕਰਕੇ ਗਏ ਹੈ, ਰਿਫਰੈਸ਼ ਤਾਂ ਘਰ ਜਾ ਕੇ ਹੀ ਹੋਣਗੇ ਨਾ। ਉਹ ਘਰ ਦੂਜਾ ਖਾੜਾ ਲੱਗਿਆ ਹੋਇਆ, ਕਹਿੰਦਾ ਉੱਧਰ ਇੱਧਰ ਆ ਜਾ ਹੁਣ, ਚਲੋ ਬਾਹਰ ਬੰਦਾ ਵੈਸੇ ਮੱਲ ਮਾਰ ਕੇ ਗਿਆ ਹੁੰਦਾ, ਜਿਹੜਾ ਵੀ ਗਿਆ। ਮੈਂ ਬੰਦੇ ਜਨਾਨੀ ਦੀ ਗੱਲ ਨਹੀਂ ਕਰਦਾ, ਸਾਰੇ ਇਕੁਅਲੇ ਹੈਗੇ, ਠੀਕ ਹੈ। ਮੈਂ ਇੱਕ ਟ੍ਰੇਨਿੰਗ ਦਿੰਦਾ ਹੁੰਦਾ ਸੀ, ਉਹਦੇ 'ਚ ਇਹ ਕਹਿੰਦਾ ਹੁੰਦਾ ਸੀ ਕਿ ਜਦ ਵੀ ਤੁਸੀਂ ਘਰ ਜਾਣਾ, ਇਸ ਗੱਲ ਨੂੰ ਤੁਸੀਂ ਯਾਦ ਰੱਖਿਓ, ਕਈਆਂ ਦੇ ਕੰਮ ਆਏਗੀ ਚੀਜ਼। ਜਦ ਵੀ ਕੋਈ ਘਰੋਂ ਜਾਵੇ ਉਹਨੂੰ ਇੱਦਾਂ ਭੇਜੋ ਜਿੱਦਾਂ ਰਾਜਾ ਮਹਾਰਾਜਾ ਜਾ ਰਹੇ। ਬੱਚੇ ਸਕੂਲ ਵੀ ਜਾ ਰਹੇ ਹੈ ਤਾਂ ਉਹਨਾਂ ਨੂੰ ਇੱਦਾਂ ਭੇਜੋ ਇਹ ਰਾਜੇ ਮਹਾਰਾਜਾ ਜਾ ਰਹੇ। ਹੈਲੋ ਹੈਲੋ। ਔਰ ਜੇ ਕੋਈ ਘਰ ਆ ਰਿਹਾ ਸ਼ਾਮ ਨੂੰ, ਉਹਨੂੰ ਇੱਦਾਂ ਰਿਸੀਵ ਕਰੋ ਜਿੱਦਾਂ ਰਾਜੇ ਮਹਾਰਾਜਾ ਨੂੰ ਰਿਸੀਵ ਕਰ ਰਹੇ। ਘਰ 'ਚ ਕਦੀ ਕਲੇਸ਼ ਨਹੀਂ ਹੋਊਗਾ। ਜਿਹੜੀ ਲੜਾਈ ਕਰਨੀ ਹੈ, ਜਿਹੜਾ ਮੁੱਦਾ ਕਰਨਾ, 15 ਮਿੰਟ ਬਾਅਦ। ਹਾਂਜੀ ਹਾਂ, ਸਵੇਰੇ ਬੰਦਾ ਮਤਲਬ, ਕਿਉਂਕਿ ਮੈਂ ਬੰਦਾ ਤਾਂ ਮੈਂ ਬੰਦਾ ਬੋਲਦਾ ਨਾ, ਇਹਦਾ ਮਤਲਬ ਐ ਨਾ ਸਮਝ ਲਓ ਕਿ ਮੈਂ ਜਨਾਨੀਆਂ ਦੇ ਖਿਲਾਫ ਬੋਲਦਾ, ਕਿਉਂਕਿ ਮੈਂ ਬੰਦਾ। ਸਵੇਰੇ ਇੱਕ ਬੰਦਾ ਘਰ ਕੰਮ ਕਰਨੇ ਨਿਕਲਿਆ, ਉਹ ਜਿਹੜੇ ਪਹਿਲੇ 15 ਮਿੰਟ ਹੁੰਦੇ ਕੰਮ ਕਰਨ ਤੋਂ ਪਹਿਲਾਂ, ਸਾਰਾ ਜੁਗਾੜ ਜਿਹੜਾ ਦਿਮਾਗ 'ਚ ਹੁੰਦਾ, ਸਾਰਾ ਜਿਹੜਾ ਉਹ ਭਰਿਆ ਹੁੰਦਾ, ਉਹ 15 ਮਿੰਟ 'ਚ ਮਾਰਨਾ ਹੁੰਦਾ। ਹੈਲੋ, ਇੱਦਾਂ ਹੀ ਚੱਲਦਾ। ਉੱਧਰ ਤਾਂ ਉਹਨੇ ਕੰਮ ਤੇ ਜਾਣਾ, ਔਰ ਉੱਧਰ ਪਹਿਲੇ ਜਿਹੜੇ 15 ਮਿੰਟ ਹੈ ਉਹਦੇ 'ਚ ਕੋਈ ਕਿਸੇ ਨੂੰ ਗੱਲ ਲਾ ਕੇ ਨਹੀਂ ਤੋੜਦਾ, ਰਾਜੇ ਮਹਾਰਾਜਾ ਵਾਂਗੂ ਨਹੀਂ ਤੋੜਦਾ। ਉਹ ਫਿਰ ਜਿਹੜਾ ਬੰਦਾ ਕੰਮ ਕਰਕੇ ਸ਼ਾਮ ਨੂੰ ਆਇਆ, ਉਹਨੂੰ ਪਾਣੀ ਦਾ ਗਲਾਸ ਤਾਂ ਬਾਅਦ 'ਚ, ਪਹਿਲੇ ਸਵੇਰ ਦੀ ਕਲੈਕਸ਼ਨ ਹੋਈ ਹੁੰਦੀ ਕਿ ਆਉਂਦੇ ਸਰ 15 ਮਿੰਟ ਇਸ ਕੰਮ ਤੇ ਲਾਣੇ। ਆ 2-15 ਮਿੰਟ ਅਗਰ ਕੋਈ ਬਚਾ ਲਵੇ, ਉਹਦਾ ਘਰ ਸਵਰਗ ਬਣ ਜਾਂਦਾ। ਕਿਉਂਕਿ 15 ਮਿੰਟ ਬਾਅਦ ਬੰਦਾ ਕਹਿੰਦਾ ਛੱਡ ਯਾਰ ਕੀ ਕਰਨਾ। ਨਹੀਂ, ਤੁਹਾਨੂੰ ਬਹੁਤਿਆਂ ਨੂੰ ਉਮਰ ਛੋਟੀ ਹੈ, ਚਿਹਰਿਆਂ ਤੋਂ ਲੱਗਦਾ। ਕੁਝ ਕੁ ਚਿਹਰੇ ਹੈ ਜਿਨ੍ਹਾਂ ਦਾ ਤਜਰਬਾ, ਪਹਿਲੇ ਚਿੱਠੀਆਂ ਲਿਖਦੇ ਹੁੰਦੇ ਸੀ, ਆ ਬਿਮਾਰੀ ਨਹੀਂ ਸੀ। ਚਿੱਠੀ ਲਿਖਣ ਦਾ ਫਾਇਦਾ ਕੀ ਹੁੰਦਾ ਸੀ? ਬੰਦੇ ਨੂੰ ਗੁੱਸਾ ਆ ਗਿਆ, ਹੁਣ ਲਿਖਣੀ ਚਿੱਠੀ ਹੈ। ਜਦ ਤੱਕ ਉਹਨੇ ਚਿੱਠੀ ਲਿਖਣ ਬਹਿਣਾ, ਜਾਣੂ ਤਾਂ ਗੁੱਸੇ ਨੇ ਠੰਡਾ ਹੋ ਜਾਣਾ। ਔਰ ਫਿਰ ਹੌਲੀ ਹੌਲੀ ਉਹਨੇ ਜਿਹੜੇ ਅੱਖਰ ਉਹਦੇ ਸਖਤ ਹੋਣੇ ਸੀ, ਉਹ ਪੋਲੇ ਹੋ ਜਾਂਦੇ। ਫਿਰ ਜਦੋਂ ਲਿਖਣ ਲੱਗਦਾ ਹੈ, ਮੈਂ ਇੱਕ ਰਾਈਟਰ ਹੈ, ਫਿਲਮਾਂ 'ਚ ਕੰਮ ਕੀਤਾ, ਗਜ਼ਲਾਂ ਲਿਖੀਆਂ, ਸ਼ਾਇਰ ਹੈਗਾ ਬੰਦਾ। ਜਦ ਇੱਕ ਬੰਦਾ ਲਿਖਣ ਲੱਗਦਾ ਨਾ ਜੀ, ਉਹ ਬੜਾ ਅਵੇਅਰ ਹੁੰਦਾ ਕਿ ਕੋਈ ਗਲਤ ਨਾ ਲਿਖੋ ਜੀ, ਕਿਉਂਕਿ ਦਸਤਾਵੇਜ਼ ਬਣ ਗਿਆ ਨਾ ਉਹ ਇੱਕ।
ਫਿਰ ਉਹਨੇ ਕਦ ਗੁੱਸਾ ਕੀਤਾ, ਕਦ ਸੋਚਿਆ, ਕਦ ਲਿਖਿਆ। ਫਿਰ ਕਈ ਚਿੱਠੀਆਂ ਤਾਂ ਐਸੀਆਂ ਹੁੰਦੀਆਂ ਸੀ ਸਿਰਫ ਲਿਖੀਆਂ ਹੀ ਜਾਂਦੀਆਂ ਸੀ, ਫਾੜ ਕੇ ਸਿੱਟ ਦਿੰਦੇ ਸੀ, ਪੋਸਟ ਨਹੀਂ ਹੁੰਦੀਆਂ ਸੀ। ਅੱਛਾ, ਕਦ ਉਹਨੇ ਪੋਸਟ ਕੀਤੀ ਔਰ ਕਦ ਉਹ ਮਿਲੀ, ਕਦ ਉਹਨੇ ਪੜ੍ਹੀ, ਫਿਰ ਕਦ ਉਹਨੇ ਗੁੱਸਾ ਕੀਤਾ। ਅੱਜ ਗੁੱਸਾ ਤਾਂ ਹਲੇ ਆਏਗਾ ਕਿ ਨਹੀਂ ਆਏਗਾ, ਪਹਿਲੇ ਫੋਨ ਟਕ 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 ਟਕ। ਤੁਸੀਂ ਪੁਆਇੰਟ ਸਮਝ ਰਹੇ ਹੋ? ਗੜਬੜ ਹੋ ਗਈ ਹੈ। ਘਰ ਦੇ ਵਿੱਚ ਕੋਈ ਘਰੋਂ ਜਾ ਰਿਹਾ ਹੈ, 15 ਮਿੰਟ ਸ਼ਾਂਤੀ ਔਰ ਵਧੀਆ ਤਰੀਕੇ ਨਾਲ ਉਹਨੂੰ ਵਿਦਾ ਕਰੋ। ਕੋਈ ਘਰ ਜਾ ਰਿਹਾ ਹੈ ਔਰ ਵਧੀਆ ਤਰੀਕੇ ਨਾਲ ਉਹਨੂੰ ਰਿਸੀਵ ਕਰੋ। ਜਿਹੜਾ ਵੀ ਘਰ 'ਚ ਹੈਗਾ ਉਹ ਫੀਲ ਕਰਾਓ ਕਿ ਨਹੀਂ ਕਿ ਤੂੰ ਸਾਡਾ ਹੈ, ਅਸੀਂ ਤੇਰੇ ਕੁਛ ਲੱਗਦੇ, ਤੂੰ ਸਾਡਾ ਕੁਛ ਲੱਗਦਾ। ਕੋਈ ਨਹੀਂ ਕਰਦਾ। ਇਹ ਸਾਰੀਆਂ ਚੀਜ਼ਾਂ ਮੈਂ 15-20 ਹਜ਼ਾਰ ਜੋੜਿਆਂ ਨਾਲ, ਫੈਮਿਲੀ ਨਾਲ ਮੈਂ ਇੱਦਾਂ ਗੱਲਾਂ ਕਰਨ ਤੋਂ ਬਾਅਦ ਮੇਰੇ ਕੋਲ ਇੱਕ ਤਜਰਬਾ ਹੱਥ 'ਚ ਆਇਆ ਔਰ ਇੱਕ ਦਿੱਕਤ ਹੱਥ 'ਚ ਆਈ ਕਿ ਲੋਕ ਇਕੱਠੇ ਨਹੀਂ ਹੈਗੇ। ਲੋਕਾਂ ਨੂੰ ਇੱਕ ਦੂਜੇ ਦੇ ਨਾਲ ਰਹਿਣਾ ਨਹੀਂ ਆਉਂਦਾ। ਜੇ ਇੱਕ ਦੂਜੇ ਨਾਲ ਰਹਿਣਾ ਨਹੀਂ ਆਉਂਦਾ, ਇਹ ਮੂਰਖਾਂ ਨੇ ਫਸ ਜਾਣਾ। ਇਹ ਇੱਥੇ ਪ੍ਰੈਸ਼ਰ ਵੱਧ ਜਾਊਗਾ। ਇਹ ਜੇ ਪ੍ਰੈਸ਼ਰ ਵੱਧ ਜਾਊਗਾ, ਫਿਰ ਅਮਰੀਕਾ ਵਾਲਾ ਹੋਵੇ ਨਾ, ਉਹ ਗੋਲੀ ਕੱਢੀ ਇੱਦਾਂ ਤਾਂ ਮਾਰ ਦਿਆ ਕਰਦੇ ਨੇ। ਅਮਰੀਕਾ 'ਚ ਆਹੀ ਹੋ ਰਿਹਾ ਔਰ ਇੱਥੇ ਹੋਣਾ ਸ਼ੁਰੂ ਹੋ ਚੁੱਕਾ। ਤੇ ਇਹ ਬਿਮਾਰੀ ਸਾਡੇ ਘਰਾਂ ਤੋਂ ਜ਼ਿਆਦਾ ਦੂਰ ਨਹੀਂ ਹੈ। ਇਹ ਘਟਨਾ ਕਦੀ ਵੀ ਸਾਡੇ ਨਾਲ ਘਟ ਸਕਦੀ। ਇਸ ਕਰਕੇ ਇਸ ਜਗ੍ਹਾ ਦੇ ਉੱਪਰ, ਇਸ ਪਲੇਟਫਾਰਮ ਤੇ ਅਸੀਂ ਕੁਦਰਤੀ ਇੱਕ ਯੂਨਿਟੀ ਬਣੀ ਤੇ ਅਸੀਂ ਸੋਚਿਆ ਵੀ ਅਸੀਂ ਇੱਦਾਂ ਕਰਦੇ ਹਾਂ, ਅਸੀਂ ਪਰਿਵਾਰਾਂ ਨੂੰ ਨਾਲ ਜੋੜਦੇ। ਔਰ ਪਰਿਵਾਰਾਂ ਨੂੰ ਨਾਲ ਜੋੜਨ ਲਈ ਜ਼ਰੂਰੀ ਹੈ ਕਿ ਕੁਝ ਗੱਲਾਂ ਬਿਜ਼ਨਸ ਤੋਂ ਹਟ ਕੇ ਵੀ ਕੀਤੀਆਂ ਜਾਣ, ਵਧਾਈਆਂ ਜਾਣ, ਤਾਂ ਕਿ ਪਰਿਵਾਰਾਂ ਦੀ ਪਹਿਲੇ, ਹੁਣ ਰੋਜ਼ ਪਰਮਾਤਮਾ ਸਾਰਿਆਂ ਨੂੰ ਇਕੁਅਲ એનર્ਜੀ ਦਿੰਦਾ ਹੈ। ਆਪਾਂ ਸੌਂਦੇ ਹਾਂ, ਸਵੇਰੇ ਉੱਠਦੇ ਹਾਂ, ਇਕੁਅਲ એનર્ਜੀ ਮਿਲਦੀ ਹੈ। ਹੁਣ ਉਹਨੇ ਖਰਚ ਕਿੱਥੇ ਕਰਨੀ? ਉਹ ਆਹ 3 ਜਗ੍ਹਾ। ਜੇ ਤਾਂ ਸਾਰੀ ਜਗ੍ਹਾ ਠੀਕ ਹੈ, ਫਿਰ ਤਾਂ ਉਹਦੀ ਬਚੀ ਰਹਿਣੀ એનર્ਜੀ। ਜੇ ਗੜਬੜ ਹੈ, ਫਿਰ ਉਹਨੇ ਸਾਰੀ ਲਾ ਦੇਣੀ। ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ? ਛੋਟੀ ਜਿਹੀ ਟੈਕਨੀਕਲ ਪੁਆਇੰਟ ਕੀ ਹੈਗਾ ਕਿ ਆਹ 3 ਜਿਹੜੀਆਂ ਜਗ੍ਹਾ ਹੈਗੀਆਂ, ਇਹ 3 ਜਗ੍ਹਾ ਦੇ ਵਿੱਚ ਅਗਰ ਬੰਦਾ ਦਾ ਜਿਹੜੀ ਆਊਟਪੁੱਟ ਹੈ ਇਜ਼ ਇਕੁਅਲ ਟੂ ਕਹਿ ਸਕਦੇ, ਅਗਰ ਖੁਸ਼ੀ ਨਹੀਂ ਹੈ, ਕਾਮਯਾਬੀ ਨਹੀਂ ਹੈ, ਤੇ ਇਹਦਾ ਮਤਲਬ ਕਿਤੇ ਦਾ ਪ੍ਰੋਬਲਮ ਹੋਊਗੀ। ਕਈ ਵਾਰ ਪੈਰ ਲਿਬੜ ਜਾਂਦਾ ਗੰਦ ਨਾਲ, ਔਰ ਜਿੱਥੇ ਲਿਬੜਿਆ ਹੁੰਦਾ ਔਰ ਬੰਦਾ ਉਹੀ ਪੈਰ ਲਿਬੜਿਆ ਲੈ ਕੇ ਦੂਜੇ ਕਮਰੇ 'ਚ ਚਲ ਜਾਂਦਾ। ਥੋੜ੍ਹੀ ਦੇਰ ਬਾਅਦ ਪਤਾ ਲੱਗਦਾ ਕਿ ਸਮੈਲ ਆ ਰਹੀ, ਫਿਰ ਦੇਖਦੇ ਕਿ ਪੈਰਾਂ ਦੇ ਨਿਸ਼ਾਨ ਹੈਗੇ। ਗੰਦ ਤਾਂ ਹੁੰਦਾ ਉਹ ਕਿਸੇ ਜਗ੍ਹਾ ਦਾ, ਲੇਕਿਨ ਉਹ ਫੈਲ ਕਿੱਥੇ ਜਾਂਦਾ? ਸਾਰੀ ਜਗ੍ਹਾ 'ਚ। ਔਰ ਬੰਦੇ ਨੂੰ ਫਿਰ ਕਈ ਦੇਰ ਨਹੀਂ, ਕਈ ਵਾਰ ਸਮਝ ਆਉਂਦੀ ਹੈ ਵੀ ਇਹ ਪ੍ਰੋਬਲਮ ਹੈਗੀ ਤੇ ਹੈਗੀ ਕਿੱਥੇ ਦੀ ਹੈ, ਆਈ ਕਿੱਦਾਂ, ਤੇ ਇਹਦਾ ਕਰਨਾ ਕੀ ਹੈ। ਉਹ ਸਾਰੀ એનર્ਜੀ ਉੱਥੇ ਹੀ ਫੂਕਦਾ ਰਹਿੰਦਾ। ਨਹੀਂ, ਜੇ ਕਿਸੇ ਨੇ ਕਾਮਯਾਬ ਹੋਣਾ ਹੈ ਤੇ ਉਹਨੂੰ ਆਹ ਵੱਲ ਕਹਿੰਦੇ ਹੁੰਦੇ ਸੀ ਪੰਜਾਬੀ 'ਚ, ਇਹ ਤਰੀਕਾ ਥੋੜ੍ਹਾ ਜਿਹਾ ਸਮਝ ਆਉਣਾ ਚਾਹੀਦਾ ਹੈਗਾ। ਕਈਆਂ ਨੂੰ ਆਉਂਦਾ ਹੋਏਗਾ, ਕਈਆਂ ਨੂੰ ਇਹ ਸਮਝਣਾ ਚਾਹੀਦਾ ਕਿ ਕੀ ਹੈ। ਜਦ ਵੀ ਜ਼ਿੰਦਗੀ ਦੇ ਵਿੱਚ ਕੁਝ ਠੀਕ ਨਾ ਚੱਲੇ ਤਾਂ, ਜਦ ਵੀ ਜ਼ਿੰਦਗੀ ਦੇ ਵਿੱਚ ਕੁਝ ਠੀਕ ਨਾ ਚੱਲੇ ਤਾਂ ਫਟਾਫਟ ਇੱਥੇ ਲੈਣਾ ਖਿੱਚ ਦਿਓ। 3 ਏਰੀਏ ਅਲੱਗ ਕਰ ਦਿਓ। ਤੁਸੀਂ ਮੇਰੇ ਨਾਲ ਗੱਲਾਂ ਕਰ ਸਕਦੇ। ਜਦ ਵੀ ਜ਼ਿੰਦਗੀ 'ਚ ਕੁਝ ਠੀਕ ਨਾ ਚੱਲੇ ਤਾਂ ਇਹ ਦੋਨੋਂ ਜਗ੍ਹਾ ਲੈਣਾ ਖਿੱਚ ਦਿਓ, 3 ਏਰੀਏ ਅਲੱਗ ਕਰ ਦਿਓ। ਇੱਧਰ ਦੀ ਕੋਈ ਚੀਜ਼ ਇੱਧਰ ਨਾ ਜਾਣ ਦਿਓ, ਇੱਧਰ ਦੀ ਕੋਈ ਚੀਜ਼ ਇੱਧਰ ਨਾ ਆਉਣ ਦਿਓ, ਇੱਧਰ ਦੀ ਕੋਈ ਚੀਜ਼। ਹੋ ਸਕਦਾ ਪ੍ਰੋਬਲਮ ਤੁਹਾਡੀ ਇਕੱਲਿਆਂ ਦੀ ਹੋਵੇ ਔਰ ਉਹਦੇ ਕਰਕੇ ਤੁਸੀਂ ਫੈਮਿਲੀ ਵੀ ਖਰਾਬ ਕੀਤੀ, ਬਿਜ਼ਨਸ ਵੀ ਖਰਾਬ ਕੀਤਾ। ਹੋ ਸਕਦਾ ਪ੍ਰੋਬਲਮ ਉਹ ਸਾਡੇ ਬਿਜ਼ਨਸ ਦੀ ਹੋਵੇ ਔਰ ਉਹਦੇ ਕਰਕੇ ਆਪਾਂ ਫੈਮਿਲੀ ਵੀ ਖਰਾਬ ਕੀਤੀ, ਵੀ ਆਪਣਾ ਵੀ ਖਰਾਬ ਕੀਤਾ ਹੋ ਸਕਦਾ। ਮੈਂ ਤੁਹਾਨੂੰ ਕਹਿਣਾ, ਮੇਰੇ ਨਾਲ ਡਿਸਕਸ ਕਰ ਸਕਦੇ ਹੋ ਤੁਸੀਂ। ਇਹ ਸੌਖਾ ਦੇਖਣ ਨੂੰ ਲੈਣਾ ਸੌਖੀਆਂ ਲੱਗਦੀਆਂ, ਪੈਂਦੀਆਂ ਨਹੀਂ ਹੈ।
ਬਾਹਰੋਂ ਜੇ ਨੁਕਸਾਨ ਹੋਇਆ ਹੋਵੇ ਨਾ ਬੰਦਾ, ਫਿਰ ਉਹ ਨੁਕਸਾਨ ਵਾਲਾ ਫੇਸ, ਨੁਕਸਾਨ ਵਾਲਾ ਦਿਮਾਗ, ਨੁਕਸਾਨ ਵਾਲੀਆਂ ਤਰੰਗਾਂ ਲੈ ਕੇ ਘਰ ਵੜਦਾ। ਉਹ ਘਰ ਜਾ ਕੇ ਵੀ ਤੋੜ ਫੋੜ ਕਰ ਦਿੰਦਾ। ਬਹੁਤ ਘੱਟ ਬੰਦੇ ਹੁੰਦੇ। ਮੈਂ ਟ੍ਰੇਨਿੰਗ 'ਚ ਹਮੇਸ਼ਾ ਕਹਿੰਦਾ ਹੁੰਦਾ ਸੀ, ਜਦ ਤੁਸੀਂ ਘਰ ਜਾ ਰਹੇ ਆਪਣਾ ਆਹ ਕੱਪੜਾ ਉਤਾਰੋ, ਡਰੈਸ ਇੱਥੇ ਟੰਗ ਕੇ ਘਰ ਵਾਲੀ ਡਰੈਸ ਪਾਓ, ਫਿਰ ਘਰ ਜਾਓ। ਨਹੀਂ, ਉੱਥੇ ਤੁਸੀਂ ਪਿਆਰ ਕਰਨਾ, ਨਿਆਣੇ ਨਾਲ ਖੇਲਣਾ, ਨਿਆਣੇ ਨਾਲ ਗੱਲਾਂ ਕਰਨੀਆਂ, ਉਹਨੂੰ ਸਭ ਕੁਝ ਕਰਨਾ। ਉਹਨਾਂ ਨੂੰ ਕੀ ਲੈਣਾ ਦੇਣਾ ਇਹਦੇ ਨਾਲ? ਅਸੀਂ ਉੱਥੇ ਚੌਧਰੀ ਬਣ ਜਾਣੇ ਜਾ ਕੇ, ਅੱਜ ਮੈਂ ਆਹ ਕੀਤਾ। ਤੇਰੀ ਡਿਊਟੀ ਤੈਨੂੰ ਹੀ ਕਰਨਾ ਪੈਣਾ, ਹੋਰ ਕੌਣ ਕਰੂਗਾ? ਹੈਲੋ, ਇਹ 'ਚ ਕਾਹਦੀ ਬਹਾਦਰੀ? ਨਹੀਂ, ਉੱਥੇ ਜੋ ਹੋਇਆ ਉਹਨੂੰ ਉੱਥੇ ਛੱਡ ਜਾਓ। ਘਰ 'ਚ ਕੋਈ ਪ੍ਰੋਬਲਮ ਹੈਗੀ, ਘਰੋਂ ਨਿਕਲਣ ਲੱਗੋ, ਉਹਨੂੰ ਕੁੰਡੀ 'ਤੇ ਟੰਗ ਜਾਓ। ਉਹਨੂੰ ਲੈ ਕੇ ਬਿਜ਼ਨਸ ਬਾਜ਼ਾਰ 'ਚ ਆਉਣ ਦੀ ਜ਼ਰੂਰਤ ਨਹੀਂ ਹੈਗੀ, ਨਹੀਂ ਤਾਂ ਉਹ ਹਿਲ ਜਾਏਗਾ। ਦੋਨੋਂ ਜਗ੍ਹਾ ਕਿਤੇ ਪ੍ਰੋਬਲਮ ਹੈ। ਜਦ ਇਕੱਲੇ ਬੈਠੋ, ਦੋਨੋਂ ਪ੍ਰੋਬਲਮ ਨੂੰ ਇੱਦਾਂ ਸਾਈਡ 'ਤੇ ਰੱਖ ਕੇ ਦੇਖੋ ਕਿ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਇਹਨਾਂ 'ਚ ਪ੍ਰੋਬਲਮ ਹੈ ਕੋਈ। ਹੈਲੋ, ਇਹ ਟੈਕਨੀਕ ਹੈ, ਇਹ ਸਾਇੰਸ ਹੈ। ਬੱਚਿਆਂ ਨੂੰ ਸਿਖਾਓ ਤਾਂ ਕਿ ਬੱਚੇ ਨੂੰ ਮਿਕਸ ਨਾ ਕਰ ਸਕਣ। ਤੁਸੀਂ ਮੇਰੇ ਨਾਲ ਗੱਲਾਂ ਕਰ ਸਕਦੇ ਹੋ। ਮੈਂ ਤਾਂ ਕਹਿ ਰਿਹਾ ਕਿ ਗੱਲ ਹੋਏਗੀ ਤੇ ਗੱਲ ਹੋਏਗੀ। ਸੁਣ ਨਾ ਲਿਓ, ਸਮਝਦੇ ਰਹੋ। ਆਪਾਂ ਜੇ ਯੂਨਿਟੀ ਬਣਾਉਣ ਲੱਗੇ, ਜੇ ਗਰੁੱਪ ਬਣਾਉਣ ਲੱਗੇ, ਜੇ ਪਰਿਵਾਰ ਬਣਾਉਣ ਲੱਗੇ, ਜੇ ਕੰਪਨੀ ਬਣਾਉਣ ਲੱਗੇ, ਕੜੀ ਮਜ਼ਬੂਤ ਹੋਣੀ ਚਾਹੀਦੀ ਹੈ। ਕੜੀ ਮਜ਼ਬੂਤ ਤਾਂ ਹੋਊਗੀ ਜੇ ਗੱਲਾਂ ਹੋਣਗੀਆਂ। ਇੱਕ ਤਰਫਾ ਬੋਲ ਕੇ ਲੰਘ ਗਿਆ ਮੈਂ, ਠੀਕ ਹੈ, ਕੋਈ ਫਾਇਦਾ ਨਹੀਂ ਹੈਗਾ। ਇਹ ਤੁਹਾਡੇ ਵੀ ਕੰਮ ਆਣੀ, ਤੁਹਾਡੇ ਵੀ ਨਿਆਣੇ ਘਰ ਜਾ ਕੇ। ਇਹ ਮੈਂ ਇਕੱਲਾ ਇੱਥੇ ਜੇ ਬੋਲ ਰਿਹਾ ਤੇ ਇਹ ਤੁਸੀਂ ਆਪਣੇ ਘਰ ਜਾ ਕੇ ਆਪਣੀ ਕਲਾਸ ਲਾਣੀ ਹੈ। ਤੁਸੀਂ ਇਹ ਨਿਆਣੇ ਨੂੰ ਦੱਸਣਾ, ਭਾਈ ਇਹ ਕੰਧਾਂ ਖਿੱਚ। ਇਹ ਤੁਹਾਨੂੰ ਆਪ ਖਿੱਚਣੀਆਂ ਪੈਣੀਆਂ ਕੰਧਾਂ। ਬਾਹਰ ਕੁਝ ਵੀ ਹੋਇਆ ਬੱਚਿਆਂ ਤੱਕ ਉਹਦੀ ਖਬਰ ਨਹੀਂ ਜਾਣੀ ਚਾਹੀਦੀ। ਜਦ ਤੱਕ ਜੇ ਤੁਸੀਂ ਸੰਭਾਲਣ ਵਾਲੇ ਹੋ, ਫਿਰ ਜੋ ਮਰਜ਼ੀ ਕਰੀਓ। ਜੇ ਤੁਸੀਂ ਬੱਚਿਆਂ ਨੂੰ ਜਾ ਕੇ ਦੱਸ ਸਕਦੇ ਕਿ ਅੱਜ ਰੁੜ ਗਿਆ ਇੰਨੇ ਪੈਸੇ, ਅੱਜ ਇੰਨਾ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਕੋਈ ਗੱਲ ਨਹੀਂ। ਜੇ ਤੁਹਾਡੇ ਬੱਚੇ ਸੰਭਾਲ ਸਕਦੇ, ਤੁਸੀਂ ਸੰਭਾਲ ਸਕਦੇ, ਫਿਰ ਕੋਈ ਦਿੱਕਤ ਨਹੀਂ। ਪਰ ਜੇ ਨਹੀਂ, ਫਿਰ ਉਲਝ ਜਾਣਾ। ਜੇ ਤੁਸੀਂ ਦੋਨੋਂ ਜਗ੍ਹਾ ਫਸਾ ਲਏ, ਫਿਰ ਉਲਝ ਜਾਣਾ। ਅਸੀਂ ਇੱਕ ਗਲਤੀ ਕੀ ਕਰ ਰਹੇ ਹਾਂ, ਸਾਨੂੰ ਇਹ ਅਲੱਗ-ਅਲੱਗ ਕਰਨਾ ਸਿਖਾਇਆ ਨਹੀਂ ਕਿਸੇ ਨੇ। ਬੱਚੇ ਫਸੇ ਹੋਏ हैं, ना वो काम से फ्रेश हो रहे हैं, ना वो घर आके फ्रेश हो रहे, और ना कल्ले बह के फ्रेश हो रहे। सुसाइड क्यों बढ़ रही है? बोलते हैं कम्मा दा तो फैमिली दा जी। हाँ, मीट आउट हो नहीं रहा। हो नहीं रहा बस। हाँ, ਉਹ ਦਿਮਾਗ ਟੈਨਸ਼ਨ ਹੋ ਜਾਂਦੀ ਹੈ, ਅਗਲਾ ਕਹਿੰਦਾ ਮਾਰੀ ਜਾਈ, ਪਹਿਲਾਂ ਤਾਂ ਕੰਮ ਬਦਲ। उनका सुसाइड होया सी पिछले जलंधर वाल। उसने कहता मैं दुनिया देखी, दुनिया बहुत गंदी, इस करके मैं अपने न्याणे मारते। उन्हें 3 न्याणे मारे सी अपने। कहता मैं चाहता नहीं कि बड़े होके इस दुनिया नूं देखो। डर गया। दुनिया वाकई तुसीं भी, थानूं भी पता, मैनूं भी पता, दुनिया वो नहीं रही हैगी जिथे तुसीं रज के घूम लैंदे सी, खेल रहिंदे सी, हस लैंदे सी। वो दुनिया रही नहीं हैगी। जे नहीं रही तो जे असीं जीना तो ये तुहाडी भी ड्यूटी है, मेरी भी ड्यूटी है, सानूं बनानी पैनी है। साडे नियाणे तां रहण जिथे इत्थे रह रहे, उन्हां दे चारे पासे तां सानूं गठना पैना ना। डंगा समझो, डंगा। डंगा किहने सुनिया शब्द? डंगा हिमाचल दे विच डंगा लगदा। जो अनाउंसमेंट कर दिंदे ने पहाड़ी दे नाल एडा मोटा पत्थर दी दीवार जिहड़ी लगदी है भी पहाड़ गिरे ना, उहनूं डंगा कहंदे। और डंगिया कई ऐसे डंगे लगदे जिन्हां च पत्थर पत्थर हुंदा और तारां दे नाल बन्निया हुंदा, नीचे ना डिगे ताकि एक दूजे तो अलग ना होण, थल्ले ना गिरे। जे तुसीं जींदे हो, जे तुहाडा परिवार है, ये डंगा तुहानूं लाना पैना। लोकी अपने नाल अपने न्याणे नाल जोड़ने पैने है, और न्याणे नूं दसना पैना कि लोकी किद्दां जोड़दे नाल। जे आपां ना दस्से, न्याणे इकल्ले रह जाणगे, और न्याणे नूं जुड़ के दसना पैना कि इदां जुड़ीदा।
ਹੈਲੋ ਇਹ ਪੁਆਇੰਟ ਦੇ ਉੱਪਰ ਜਦ ਮੈਂ ਸੋਚ ਕੀਤੀ ਤਾਂ ਸਾਡੇ ਸਾਰਿਆਂ ਦੀ ਡਿਊਟੀ ਹੈ। ਸਾਨੂੰ ਆਪ ਜੁੜਨਾ ਪੈਣਾ, ਆਪਣੇ ਜਿਹੜੇ ਆਸੇ-ਪਾਸੇ ਉਹਨਾਂ ਨੂੰ ਜੁੜਨਾ ਸਿਖਾਉਣਾ ਪੈਣਾ, ਆਪਣੇ ਚਾਰੇ ਪਾਸੇ ਆਪੇ ਡੰਗਾ ਲਾਉਣਾ ਪੈਣਾ। ਜੇ ਆਪਾਂ ਡੰਗਾ ਨਹੀਂ ਲਾਇਆ ਫਸ ਜਾਾਂਗੇ, ਪਹਾੜੀ ਗਿਰ ਜਾਣੀ ਹੈ। ਔਰ ਕਈਆਂ ਦੀ ਗਿਰ ਚੁੱਕੀ ਹੈ। ਮੈਂ ਫਿਰ ਕਹਿੰਦਾ ਪਲੀਜ਼ ਮੇਰੇ ਨਾਲ ਗੱਲ ਕਰੋ। ਇਹ ਕੋਈ ਇਦਾਂ ਦਾ ਟ੍ਰੇਨਿੰਗ ਸੈਸ਼ਨ ਨਹੀਂ ਹੈ ਕਿ ਮੈਂ ਬੋਲ ਕੇ ਚਲਾ ਗਿਆ। ਮੇਰਾ ਜੋ ਜ਼ਿੰਦਗੀ 'ਚ ਹੋਣਾ ਸੀ ਹੋ ਚੁੱਕਾ। कोई बच्चा है मेरे नाल गल करे नहीं समझ आती, मैं दोबारा बोलूँगा मैं की कह रहे हैं। आप कौन सी क्लास में पढ़ते हो? +1 में। जो मैंने कहा आपको समझ में आया? क्या क्या थोड़ा थोड़ा क्या समझ में आया? अपना वर्क की बात है, फैमिली में लेके जाओ। हाँ हाँ फैमिली की वर्क में ना लेके जाओ। हाँ, जो फैमिली अगर तो आप लेके जा सकते हो तो कोई दिक्कत नहीं है, लेकिन अगर आप नहीं संभाल सकते तो यहाँ की प्रॉब्लम यहाँ मत लेके आओ। Reading? और दूसरी बात मैंने क्या कही लास्ट वाली थी, लास्ट वाली मैंने ये कहा बेटा कि अकेले जिंदगी जीवन का नियम है, आप अकेले नहीं रह सकते हो, आपको साथ चाहिए। और आपको किसी के साथ रहना आना चाहिए और किसी को अपने साथ रखना आना चाहिए। अपने साथ पक्के लोगों को जोड़िए ताकि आपका एक ग्रुप हो, आप एक फैमिली हो। ਸਰ ਨਾਲ ਵੀ ਰੱਖ ਲੈਣੇ, ਧੋਖੇ ਦੇ ਕੇ ਜਾਂਦੇ ਨਹੀਂ ਹਾਂਜੀ। ਉਹਨਾਂ ਦਾ ਕੀ ਗੱਲ ਕਰ ਸਕਦੇ ਆਪਾਂ ਜੇ ਨਾਲ ਰੱਖ ਵੀ ਲੈਣੇ ਆਪਾਂ? ਹਾਂ ਹਾਂ, ਧੋਖੇ ਦੇ ਕੇ ਜਾਂਦੇ ਨੇ। ਆਪਾਂ ਨੂੰ ਹੀ ਤਰੀਕਾ ਸਿੱਖਣਾ ਪੈਣਾ ਕਿ ਕੀ ਕਰੀਏ। ਆਪਾਂ ਨੂੰ ਹੀ ਤਰੀਕਾ ਸਿੱਖਣਾ ਪੈਣਾ। ਅਸੀਂ ਇਹਨਾਂ ਤੋਂ, ਇਹ ਸਿਚੁਏਸ਼ਨ ਐਸੀ ਹੈ ਆਪਾਂ ਭੱਜ ਨਹੀਂ ਸਕਦੇ। ਹੁਣ ਤਾਂ ਸਾਨੂੰ ਵਿੱਚ ਖੜਨਾ ਪੈਣਾ, ਅੜਨਾ ਪੈਣਾ। ਔਰ ਇਦਾਂ ਦੇ ਬਹੁਤ ਬੰਦੇ ਆਣੇ ਜਿਨ੍ਹਾਂ ਨੇ ਸਾਡੇ ਇਸ ਚੀਜ਼ ਦਾ ਫਾਇਦਾ ਚੱਕਣਾ। ਹੈਲੋ, लेकिन ਅਸੀਂ ਆਪਣੀ ਜ਼ਰੂਰਤ ਤੋਂ ਮੂੰਹ ਨਹੀਂ ਮੋੜ ਸਕਦੇ। ਸਾਨੂੰ ਜੀਣ ਵਾਸਤੇ ਸਾਥ ਚਾਹੀਦਾ ਹੈ, ਸਾਨੂੰ ਸਾਥ ਚਾਹੀਦਾ ਹੈ। ਨਹੀਂ ਹੁਣ ਜਦ ਆਪਾਂ ਇਕੱਠੇ ਹੋ ਕੇ ਤੁਰਾਂਗੇ ਫਿਰ ਆਪਾਂ ਸਮੱਸਿਆ ਵੀ ਡਿਸਕਸ ਕਰਾਂਗੇ। ਸੌਖਾ ਰਾਹ ਨਹੀਂ, ਸੌਖਾ ਰਾਹ ਤਾਂ ਇੰਨਾ ਨਹੀਂ ਹੈਗਾ ਇੱਕ ਫੈਮਿਲੀ ਦੇ 4 ਬੰਦੇ ਇਕੱਠੇ ਕਰਕੇ ਦਿਖਾ ਦਿਓ। नहीं गलत हो, गंदा हो गया काम। ਅਸੀਂ ਗਲਤ ਜਗ੍ਹਾ ਆ ਕੇ ਖੜ ਗਏ। ਸਾਨੂੰ ਆਪਣੇ ਨਾਲ 2 4 5 ਬੰਦੇ ਇਕੱਠੇ ਰੱਖਣੇ ਆਣੇ ਚਾਹੀਦੇ ਆ। ਉਹਦਾ ਸਾਨੂੰ ਤਰੀਕਾ ਸਿੱਖਣਾ ਪਏਗਾ। ਮੈਂ ਛੋਟੀ ਜਿਹੀ ਉਸ ਤੇ ਗੱਲ ਕਰੂੰਗਾ। ਸਭ ਤੋਂ ਪਹਿਲਾਂ ਇੱਕ ਮੇਰਾ ਟ੍ਰੇਨਿੰਗ ਸੈਸ਼ਨ ਚੱਲਦਾ ਹੈ, ਏਕਤਾ ਨਿਭਾ। मैंने फार्मूला समझ आया, एकता में बल है, गल ही हल है। और आही किसी नूं करनी नहीं आती। गल्लां करो, जबड़ियां मारो। अजे दुनिया तो विश्वास वाली रही नहीं हैगी, एक जेड जमा ही खत्म हुई हुई है। बिल्कुल बिल्कुल बिल्कुल। कोई हुण विश्वास करे किते करे ना करे, अपने ही खान लग के बंदे अपने जिवें ਆਪਾਂ ਨੂੰ ਸਿਆਣੇ ਹੋਣਾ ਪੈਣਾ। ਆਪਾਂ ਨੂੰ ਜਿਹਨੇ ਅੱਲਾ ਕਿੰਨਾ ਸਿਆਣਾ ਹੋਵੇ ਤਾਂ ਵੀ ਜਿੰਨਾ ਮਰਜ਼ੀ ਕਰ ਲਵੀਏ, ਜੇ ਨਾ ਹੋਈਏ ਤਾਂ ਵੀ ਮਰਦੇ, ਜੇ ਹੋਈਏ ਤਾਂ ਵੀ ਮਰਦੇ, ਫਿਰ ਹੋ ਕੇ ਹੀ ਮਰਦੇ। ਇਹਦਾ ਅਗਰ ਕੋਈ ਸਿਲੈਕਸ਼ਨ ਦਾ ਕੋਈ ਫਾਰਮੂਲਾ ਜਾਂ ਕੋਈ ਪੈਰਾਮੀਟਰ ਬਣ ਜਾਂਦਾ ਸ਼ਾਇਦ ਉਹਦੇ ਨਾਲ ਕੋਈ ਜ਼ਿਆਦਾ ਸਿਲੈਕਸ਼ਨ ਦਾ ਕਿੱਦਾਂ? ਜਿਵੇਂ ਅਸੀਂ ਕਹਿ ਰਹੇ ਕਿ ਅਸੀਂ ਇਕੱਠ 'ਚ ਰਹਿਣਾ ਜ਼ਰੂਰੀ ਹੈ, ਹਰ ਇੱਕ ਨੂੰ ਇਕੱਠ 'ਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹਦੇ ਨਾਲ ਕੀ ਹੁੰਦੀ ਹੈ ਕਿ ਇੱਕ ਜਿਹੜਾ ਖਰਾਬ ਸੇਬ ਹੈ ਉਹਦੀ ਪੇਟੀ ਨੂੰ ਖਰਾਬ ਕਰ ਦਿੰਦਾ ਹੈ ਜੇ ਆਪਾਂ ਇਕੱਠ ਦੀ ਗੱਲ ਕਰੀਏ। ਹਾਂ ਬਿਲਕੁਲ ਸਹੀ। ਉਹਦਾ ਜਿਹੜਾ ਸਿਲੈਕਸ਼ਨ ਦਾ ਇੱਕ ਪੈਰਾਮੀਟਰ ਜੇ ਪ੍ਰੈਕਟੀਕਲ ਐਂਗਲ ਤੋਂ ਜਾਈਏ ਆਪਾਂ ਕਿ ਯੂਨਿਟੀ ਇਜ਼ ਸਟਰੈਂਥ ਵੈਰੀ ਗੁੱਡ, ਬਟ ਉਹਦਾ ਇੱਕ ਜਿਹੜਾ ਪ੍ਰੈਕਟੀਕਲ ਐਂਗਲ ਹੈ ਇਹ ਹੈ ਕਿ ਸਾਨੂੰ ਇਹ ਉਸ ਤੋਂ ਪਹਿਲੇ ਇੱਕ ਸਿਲੈਕਸ਼ਨ ਦਾ ਇੱਕ ਪੈਰਾਮੀਟਰ ਹੋਣਾ ਚਾਹੀਦਾ ਕਿ ਕਿਹੜਾ ਸਾਡੇ ਉਸ ਚੀਜ਼ ਦੇ ਵਿੱਚ ਰਹਿ ਸਕਦਾ ਹੈ ਜਾਂ ਕਿਹੜਾ ਉਸ ਜਿਸ ਕੱਟ 'ਚ ਅਸੀਂ ਰਹਿ ਸਕਦੇ ਹਾਂ ਜਾਂ ਕੋਈ ਸਾਡੇ ਕੱਟ 'ਚ ਰਹਿ ਸਕਦਾ ਕਿਉਂਕਿ ਐਨਰਜੀ ਸਾਰੀ ਡਿਫਰੈਂਟ ਹੈ। ਇੱਕ ਲੋ એનર્ਜੀ ਦਾ ਬਿਲਕੁਲ ਸਹੀ ਹਾਈ એનર્ਜੀ ਦਾ ਹੁੰਦਾ ਵੀ ਹੈ। ਉਹ એનર્ਜੀ ਜਿਹੜੀ એનર્ਜੀ ਹੈ ਉਹ ਉਹਦੀ ਬੇਸਿਕ એનર્ਜੀ ਹੈ ਉਹ ਬਾਕੀ એનર્ਜੀ ਨੂੰ ਇਫੈਕਟ ਕਰੇਗੀ। ਤਾਂ ਉਸ ਜਿਹੜਾ ਸਿਲੈਕਸ਼ਨ ਦਾ ਪੈਰਾਮੀਟਰ ਹੈ ਪ੍ਰੈਕਟੀਕਲ ਐਂਗਲ ਹੈ ਤਾਂ ਮੇਰੇ ਖਿਆਲ 'ਚ ਉਹ ਜ਼ਿਆਦਾ ਇਸ ਪੁਆਇੰਟ ਤੇ ਵੀ ਆਪਾਂ
ਮੈਂ ਰਿਕਾਰਡ ਲੈ ਰਿਹਾ ਇਸ ਵਾਰ, ਪਿਛਲੀ ਵਾਰ ਆਪਾਂ ਰਿਕਾਰਡ ਨਹੀਂ ਕੀਤਾ ਸੀ। ਰਿਕਾਰਡ ਇਸ ਕਰਕੇ ਕਰ ਰਹੇ ਹਾਂ ਕਿ ਆਪਣੀ ਗਲਤੀਆਂ ਪਤਾ ਲੱਗਦੀਆਂ, ਕੰਟੈਂਟ ਪਤਾ ਲੱਗਦਾ। ਔਰ ਜਿਹੜੀ ਤੁਸੀਂ ਗੱਲ ਕਹੀ ਹੈ, ਹਾਂ ਸਿਲੈਕਸ਼ਨ ਦਾ ਫਾਰਮੂਲਾ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਗਲਤ ਆਦਮੀ 'ਤੇ ਜ਼ੋਰ ਲਾਉਂਦੇ ਰਹੀਏ, ਗਲਤ ਆਦਮੀ ਨੂੰ ਦੱਸਦੇ ਰਹੀਏ ਅਤੇ ਐਂਡ ਆਫ ਦਾ ਡੇ ਫਿਰ ਰਿਜ਼ਲਟ ਉਹੀ ਸਾਡਾ 0 ਆ ਜੇ, ਉਹ ਪ੍ਰੋਬਲਮ ਵਾਲੀ ਗੱਲ ਹੈ। ਜਦ ਅਸੀਂ ਕੋਈ ਬੁੱਕ ਸ਼ੁਰੂ ਕਰਦੇ ਹਾਂ ਜਾਂ ਅਸੀਂ ਕੋਈ ਕਿਤਾਬ ਸ਼ੁਰੂ ਕਰਦੇ ਹਾਂ ਜਾਂ ਕੋਈ ਕਲਾਸ ਸ਼ੁਰੂ ਕਰਦੇ ਹਾਂ, ਉਹਦੇ 'ਚ ਨਾ ਅਲੱਗ-ਅਲੱਗ ਕੰਟੈਂਟ ਦੇ ਟੌਪਿਕਸ ਹੁੰਦੇ, ਲੈਸਨਸ ਹੁੰਦੇ, ਫਿਰ ਉਹਦੇ ਸਬ ਲੈਸਨਸ ਇੱਦਾਂ ਹੁੰਦੇ। ਇਹ ਵਿਚਾਰਨੀय ਗੱਲ ਹੈ ਔਰ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ। ਲੇਕਿਨ ਅੱਜ ਜਿਸ ਟੌਪਿਕ ਤੋਂ ਅਸੀਂ ਸਟਾਰਟ ਲੈਣਾ ਹੈਗਾ ਉਹ ਬਹੁਤ ਛੋਟਾ ਜਿਹਾ ਰੱਖਾਂਗੇ ਅੱਜ ਆਪਾਂ, ਕਿਉਂਕਿ ਜੇ ਅਸੀਂ ਟੌਪਿਕ ਨੂੰ ਖਿਲਾਰ ਲਿਆ ਅੱਜ, ਫਿਰ ਅਸੀਂ ਕਿਤੇ ਪਹੁੰਚਣਾ ਨਹੀਂ ਹੈਗਾ। ਮਤਲਬ ਅੱਜ ਦਾ ਜਿੱਦਾਂ ਪੀਰੀਅਡ ਕਹਿ ਲਓ, ਅੱਜ ਦਾ ਜਿਹੜੀ ਕਲਾਸ ਕਹਿ ਲਓ, ਅੱਜ ਸਿਰਫ ਆਪਾਂ ਇੱਕ ਥੜਾ ਜਿਹਾ ਬੰਨ੍ਹ ਦਈਏ, ਜਿੱਦਾਂ ਆਪਾਂ ਪਿਛਲੀ ਵਾਰ ਥੋੜ੍ਹਾ ਜਿਹਾ ਥੜਾ ਬੰਨ੍ਹਿਆ ਸੀ, ਅੱਜ ਵੀ ਇੱਕ ਛੋਟਾ ਜਿਹਾ ਥੜਾ ਬੰਨ੍ਹ ਦਈਏ ਕਿ ਇਕੱਠੇ ਰਹਿਣਾ ਜ਼ਰੂਰੀ ਹੈ। ਔਰ ਆਹ ਸਿੱਖਣਾ ਸਭ ਤੋਂ, ਜਿਹਨੂੰ ਆਹ ਨਹੀਂ ਆਉਂਦਾ ਉਹਨੇ ਮਰਨਾ ਹੀ ਮਰਨਾ। ਗੱਲ ਕਰਨੀ ਸਾਨੂੰ ਐਂ ਲੱਗਦਾ ਹੈ ਮਨੀਸ਼ ਕਿ ਸਾਨੂੰ ਗੱਲ ਕਰਨੀ ਆਉਂਦੀ ਹੈ ਔਰ ਅਸੀਂ ਗੱਲ ਕਰਦੇ ਹਾਂ। ਮੈਂ ਇੱਕ ਟੀਚਰ ਹੋਣ ਦੇ ਨਾਤੇ ਇਹ ਕਹਿ ਰਿਹਾ ਕਿ ਸਾਨੂੰ ਇਹ ਲੱਗਦਾ ਹੈ, ਸਾਨੂੰ ਨਹੀਂ, ਬਹੁਤਿਆਂ ਬੰਦਿਆਂ ਨੂੰ ਇਹ ਲੱਗਦਾ ਹੈ ਕਿ ਉਹਨੂੰ ਗੱਲ ਕਰਨੀ ਆਉਂਦੀ ਹੈ ਔਰ ਉਹ ਗੱਲ ਕਰਦਾ ਹੈ। ਲੇਕਿਨ ਮੇਰਾ ਇਹ ਤਜਰਬਾ ਕਹਿੰਦਾ ਹੈ 90% ਲੋਕਾਂ ਨੂੰ ਗੱਲ ਕਰਨੀ ਨਹੀਂ ਆਉਂਦੀ। ਇੱਥੇ ਮਾਰ ਖਾਧੀ ਹੈ, ਗੱਲ ਕਰਨੀ ਹੀ ਨਹੀਂ ਆਉਂਦੀ। ਮੇਨ ਜਿਹੜਾ ਮੂਲ ਮੰਤਰ ਹੈ ਉਹ ਗੱਲ ਹੈ। ਗੱਲ ਤੋਂ ਬਿਨਾ ਨਹੀਂ ਹੋ ਸਕਦੀ ਔਰ ਗੱਲ ਹੀ ਕਰਨੀ ਨਹੀਂ ਆਉਂਦੀ। ਇਹ ਭੁੱਲ ਚੁੱਕੇ ਸੀ ਕਿ ਅੱਗੇ ਕੀ ਸੀ, ਕਿ ਗੱਲਾਂ ਕਰਦੇ ਸੀ, ਸੱਥਾਂ 'ਚ ਬੈਠਦੇ ਸੀ। ਜੇ ਬਾਹਰੋਂ ਵੀ ਕੋਈ ਆ ਜਾਂਦਾ ਸੀ, ਘਰ ਦਾ ਜੀ ਗਿਆ, ਲੇਟ ਵੀ ਹੋ ਜਾਂਦਾ ਸੀ, ਤਾਂ ਵੀ ਉਹ ਬਜ਼ੁਰਗ ਕੋਲ ਆ ਕੇ ਥੋੜ੍ਹੀ ਦੇਰ ਉਹਦੇ ਪੈਂਦੀ ਬੈਠ ਜਾਂਦਾ ਸੀ, ਬਹਿ ਕੇ ਥੋੜ੍ਹੀ ਬਹੁਤ ਗੱਲਾਂ ਕਰਕੇ ਫਿਰ ਉਹ ਜਾਂਦਾ ਸੀ। ਜਿਨ੍ਹਾਂ ਨੇ ਵਕਤ ਦੇਖਿਆ ਪੁਰਾਣਾ, ਉਹਨਾਂ ਨੇ ਮੰਜੀਆਂ ਡੱਠੀਆਂ ਵੀ ਦੇਖੀਆਂ ਹੋਣੀਆਂ। ਹੈਲੋ, ਅੱਗੇ ਲੋਕ ਕਮਰਿਆਂ 'ਚ ਵੜ ਕੇ ਨਹੀਂ ਸੌਂਦੇ ਸੀ, ਅੱਗੇ ਲਾਈਨ 'ਚ ਮੰਜੀਆਂ ਢਾ ਕੇ ਸੌਂਦੇ ਸੀ ਔਰ ਸਾਰੇ ਜਣੇ ਸਾਰੇ ਮੰਜੇ ਬੋਲਦੇ ਹੁੰਦੇ ਸੀ। ਹੈਲੋ, ਸਾਰੇ ਮੰਜੇ ਬੋਲਦੇ ਹੁੰਦੇ ਸੀ। ਉੱਥੋਂ ਕੋਈ ਬੋਲ ਰਿਹਾ, ਉੱਥੋਂ ਕੋਈ ਬੋਲ ਰਿਹਾ, ਫਿਰ ਹੌਲੀ ਹੌਲੀ ਨਿਆਣੇ ਦੀ ਆਪਣੀ ਚੱਲੀ ਜਾਂਦੀ ਸੀ ਵਿੱਚ। ਇਹ ਗੱਲ ਕਰਨਾ ਸਿੱਖ ਜਾਂਦੇ ਸੀ, ਸੁੱਖ ਦੁੱਖ ਕਰ ਲੈਂਦੇ ਸੀ। ਵਿਆਹਾਂ ਦੇ ਵਿੱਚ ਜਿਨ੍ਹਾਂ ਨੇ ਵਿਆਹ ਦੇਖੇ ਹੁਣ 3-3 4-4 5-5 ਦਿਨ ਹਫਤਾ ਵਿਆਹ ਚੱਲਦਾ ਸੀ, ਉਹਦੇ 'ਚ ਕੀ ਹੁੰਦਾ ਸੀ, ਗੱਲਾਂ ਹੁੰਦੀਆਂ ਸੀ। ਉਹ 'ਚ ਮਾਮੀ ਭੂਆ ਚਾਚੀ ਤਾਈਆਂ ਸਾਰੀਆਂ ਬੈਠੀਆਂ ਹੁੰਦੀਆਂ ਸੀ, ਗੱਲਾਂ ਹੁੰਦੀਆਂ ਸੀ, ਸੁੱਖ ਦੁੱਖ ਹੁੰਦੇ ਸੀ, ਰਿਸ਼ਤੇ ਹੁੰਦੇ ਸੀ। ਮਹੀਨਾ 2 ਮਹੀਨੇ ਚੱਲਦਾ ਵਿਆਹ ਜੀ, ਗੱਲਾਂ ਆਉਂਦੀਆਂ ਸੀ। ਜਿਹੜਾ ਗੱਲਾਂ ਕਰ ਗਿਆ ਉਹ ਬਚ ਗਿਆ, ਗੱਲਾਂ ਨਹੀਂ ਆਉਂਦੀਆਂ ਕਰਨੀਆਂ। ਧੰਦਾ ਕਰਨਾ ਆਉਂਦਾ, 4-5 ਗੱਲਾਂ ਅਸੀਂ ਸਿੱਖ ਲੀਆਂ, ਖਿਜਣਾ ਆ ਗਿਆ, ਫਲਾਂ ਧਮਕਾ ਆ ਗਿਆ, ਬਸ ਉਹ ਠੀਕ ਹੈ। ਹੈਲੋ, ਮੇਰੇ ਜੋ ਮੈਂ ਕਹਿ ਰਿਹਾ ਮੇਰੇ ਤੇ ਤੁਸੀਂ 1% ਵੀ ਵਿਸ਼ਵਾਸ ਨਹੀਂ ਕਰਨਾ। ਜੋ ਮੈਂ ਕਹਿ ਰਿਹਾ ਜਾਂਚ ਪਰਖ ਕੇ ਦੇਖ ਕੇ ਆਇਓ ਕਿ ਮੈਂ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ। ਮੇਰੀ ਗੱਲ ਨੂੰ ਜੇ ਤੁਸੀਂ ਇਦਾਂ ਹੀ ਮੰਨ ਲਿਆ ਫਿਰ ਫਸ ਜਾਓਗੇ ਤੁਸੀਂ। ਜੇ ਤੁਸੀਂ ਜਾਂਚ ਪਰਖ ਕੇ ਦੇਖਿਆ ਕਿ ਨਹੀਂ ਯਾਰ ਪ੍ਰੋਬਲਮ ਤਾਂ ਇੱਥੇ ਹੀ ਹੈ, ਗੱਲ ਤਾਂ ਹੋ ਹੀ ਨਹੀਂ ਰਹੀ, ਫਿਰ ਕੋਈ ਦਿੱਕਤ ਨਹੀਂ। ਮਨੀਸ਼, ਅਸਲ ਦੇ ਵਿੱਚ ਮੈਂ ਜੋ ਨੋਟ ਕੀਤਾ, ਗੱਲ ਹੀ ਨਹੀਂ ਹੋ ਰਹੀ। ਗੱਲ ਦੇ ਸਾਰੇ ਨਿਯਮ ਕਾਇਦੇ ਅਸੀਂ ਭੁੱਲ ਚੁੱਕੇ, ਕਿਸੇ ਦੀ ਵੀ ਨਹੀਂ ਹੋ ਰਹੀ। ਹਰ ਬੰਦਾ ਕੁਝ ਕਹਿਣਾ ਚਾਹੁੰਦਾ, ਕਹਿ ਨਹੀਂ ਪਾ ਰਿਹਾ, ਸੁਣਨ ਵਾਲਾ ਹੀ ਨਹੀਂ ਹੈ ਜੀ। ਕਿਉਂਕਿ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਪਹਿਲੇ ਮੇਰੀ ਸੁਣ, ਉਹ ਵੀ ਭਰਿਆ ਬੈਠਾ, ਉਹ ਵੀ ਭਰਿਆ ਬੈਠਾ, ਖਾਲੀ ਕਰਾਉਣਾ ਇੱਕ ਦੂਜੇ ਨੂੰ ਆਉਂਦਾ ਨਹੀਂ। ਜਿਨ੍ਹਾਂ ਦੇ ਨਿਆਣੇ ਹੈ, ਜਿਨ੍ਹਾਂ ਦੇ ਘਰ ਸਾਥ ਹੈ, ਫੈਮਲੀਆਂ ਹੈਗੀਆਂ, ਇੱਕ ਵਾਰ ਇਸ ਗੱਲ ਨੂੰ ਲੈ ਕੇ ਜਾਇਓ ਆਪਣੀ ਜ਼ਿੰਦਗੀ ਦੇ ਵਿੱਚ ਕਿ ਗੱਲ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਸਿਖਾਇਓ, ਆਪਣੇ ਨਿਆਣਿਆਂ ਨੂੰ ਸਿਖਾਇਓ, ਆਪਣੇ ਜੋ ਵੀ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਹੈ, ਗੱਲਾਂ ਕਰੋ, ਗੱਲਾਂ ਕਰੋ, ਗੱਲਾਂ ਕਰੋ, ਗੱਲਾਂ ਕਰੋ, ਇੱਧਰ ਉੱਧਰ ਦੀਆਂ ਨਹੀਂ ਫਾਲਤੂ। ਮੇਰੇ ਇੱਕ ਰਿਲੇਟਿਵ ਆਏ ਸੀ ਪਿਛਲੇ ਸਾਲ, ਔਰ
ਟੀਵੀ ਚੱਲ ਰਿਹਾ ਸੀ ਔਰ ਉਹ ਕਾਫੀ ਦੇਰ ਬਾਅਦ ਮਿਲੇ ਸੀ ਇੱਕ ਦੂਜੇ ਨੂੰ ਔਰ ਪੋਲਿਟਿਕਸ ਦੀਆਂ ਗੱਲਾਂ ਕਰ ਰਹੇ ਸੀ। ਤੁਸੀਂ ਮੇਰਾ ਪੁਆਇੰਟ ਫੜ ਗਏ ਹੋਵੋਗੇ। ਉਹ ਕਿੰਨੇ ਸਾਲਾਂ ਬਾਅਦ ਮਿਲੇ ਔਰ ਗੱਲਾਂ ਕਾਹਦੀਆਂ ਹੋ ਰਹੀਆਂ? ਪੋਲਿਟਿਕਸ। ਮੈਂ ਕਿਹਾ ਜੀ ਤੁਸੀਂ ਮੇਰੇ ਬਾਰੇ ਗੱਲ ਕਰੋ ਨਾ, ਤੁਸੀਂ ਮੇਰੇ ਬ੍ਰਦਰ ਬਾਰੇ ਗੱਲ ਕਰੋ, ਮੇਰੇ ਨਿਆਣਿਆਂ ਬਾਰੇ ਗੱਲ ਕਰੋ, ਇਹਦੇ ਤੋਂ ਅਸੀਂ ਕੀ ਲੈਣਾ ਦੇਣਾ? ਉਹ ਕਹਿੰਦੇ ਪਤਾ ਹੋਣਾ ਚਾਹੀਦਾ ਦੇਸ਼ 'ਚ ਕੀ ਚੱਲਦਾ। ਮੈਂ ਕਿਹਾ ਪਤਾ ਹੋਣਾ ਚਾਹੀਦਾ ਘਰ 'ਚ ਕੀ ਚੱਲਦਾ। ਹੈਲੋ, ਅਸੀਂ ਗੱਲਾਂ ਇੱਧਰ ਉੱਧਰ ਦੀਆਂ ਬਹੁਤ ਮਾਰਦੇ, ਜਿਹੜਾ ਗੱਲਾਂ ਤਾਂ ਸਾਡੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉੱਥੇ ਅਸੀਂ ਦੱਬ ਕੇ ਐਕਸਪਰਟ ਹੈ। ਹੈਲੋ, ਤੁਹਾਨੂੰ ਜੱਬਲੀਆਂ ਨਹੀਂ ਮਾਰਨੀਆਂ ਆਉਂਦੀਆਂ, ਜਿਨ੍ਹਾਂ ਨਾਲ ਘਰ ਬਚਣਾ, ਛੇੜਖਾਨੀਆਂ ਨਹੀਂ ਕਰਨੀਆਂ ਆਉਂਦੀਆਂ ਮਾੜੀਆਂ ਮਾੜੀਆਂ, ਹੱਸੀ ਠੱਠਾ ਨਹੀਂ ਕਰਨਾ ਆਉਂਦਾ। ਅਸੀਂ ਜੇ ਹੱਸੀ ਠੱਠਾ ਕਰਦੇ ਦੂਜੇ ਨੂੰ ਘੇਰ ਲੈਂਦੇ। ਅਸੀਂ ਮਜ਼ਾਕ ਕਰਨ ਦਾ ਫਾਰਮੂਲਾ ਹੀ ਇਹ ਫੜ ਰਿਹਾ, ਦੂਜੇ ਦੀ ਪਿੱਠ ਲਾ ਦੋ ਮਜ਼ਾਕ ਹੋ ਗਿਆ, ਹਾਂ। ਹੈਲੋ, ਮਜ਼ਾਕ ਬਹੁਤ ਵਧੀਆ ਚੀਜ਼ ਹੈ, ਸਿਹਤ ਲਈ ਬਹੁਤ ਵਧੀਆ ਚੀਜ਼ ਹੈ, ਸਿਹਤ ਨੂੰ ਬਹੁਤ ਲੱਗਦੀ, ਲੇਕਿਨ ਮਜ਼ਾਕ ਉਹ ਠੀਕ ਹੈ ਦੂਜੇ ਨੇ 21 ਰੱਖੀ ਆਪ 19 ਰਹੀਏ। ਹੈਲੋ, ਅਸੀਂ ਦੂਜੇ ਨੂੰ ਤਾਂ ਮਾਰਦੇ ਥੱਲੇ, ਉਹ ਮਜ਼ਾਕ ਨਹੀਂ ਹੈ। ਸਾਨੂੰ ਛੇੜਖਾਨੀਆਂ ਕਰਨੀਆਂ ਨਹੀਂ ਆਉਂਦੀਆਂ, ਸਾਨੂੰ ਪੰਗੇ ਲੈਣੇ ਨਹੀਂ ਆਉਂਦੇ ਹੈਗੇ। ਕਿਆ ਬੋਲਾਂ ਮੈਂ, ਕਿਆ ਨਹੀਂ ਆਉਂਦਾ, ਸਾਨੂੰ ਕੱਖ ਵੀ ਨਹੀਂ ਆਉਂਦਾ। ਉਹ ਫਿਰ ਅਸੀਂ ਨਿਆਣੇ ਜੰਮ ਰਹੇ, ਨਿਆਣੇ ਨੂੰ ਸਿਖਾ ਰਹੇ, ਉਹ ਫਿਰ ਉਹਦਾ ਵਿਆਹ ਕਰਾਂਗੇ ਨਾ ਉਹਨੂੰ ਪਤਾ। ਹੈਲੋ, ਬਹੁਤ ਬਰੀਕ ਜੀ ਗੱਲ ਹੈ। ਤੇ ਇਹਦੀ ਸ਼ੁਰੂਆਤ ਕਰਦੇ ਹਾਂ, ਜੇ ਤੁਹਾਡੀ ਸਹਿਮਤੀ ਹੈ ਤਾਂ, ਕਿ ਇਸ ਮੁੱਦੇ ਨੂੰ ਥੋੜਾ ਜਿਹਾ ਉਹ ਖੋਲ ਲਿਆ ਜਾਵੇ। ਹੁਣ ਖੋਲੀਏ। ਅਗਰ ਤਾਂ ਪ੍ਰੋਬਲਮ ਇਕੱਲੇ ਦੀ ਹੈ ਤਾਂ ਤੁਹਾਨੂੰ ਆਪਣੇ ਨਾਲ ਗੱਲ ਕਰਨੀ ਆਉਣੀ ਚਾਹੀਦੀ। ਇਹ ਵੈਸੇ ਬਹੁਤ ਬੜੀ ਗੱਲ ਹੈ। ਸਭ ਤੋਂ ਜ਼ਿੰਦਗੀ ਦੇ ਵਿੱਚ ਔਖਾ ਕੰਮ ਆਪਣੇ ਆਪ ਨਾਲ ਗੱਲ ਕਰਨਾ। ਦੂਜੇ ਨਾਲ ਬੰਦਾ ਫਿਰ ਵੀ ਬੋਲ ਲੈਂਦਾ, ਆਪਣੇ ਆਪ ਨਾਲ ਨਹੀਂ ਕਿਸੇ ਨੂੰ ਬੋਲਣਾ ਹੁੰਦਾ। ਜਿਹਨੂੰ ਆਪਣੇ ਨਾਲ ਬੋਲਣਾ ਆ ਜਾਏ ਉਹਨੂੰ ਫਿਰ ਦੂਜਾ ਚਾਹੀਦਾ ਵੀ ਨਹੀਂ ਹੁੰਦਾ। ਹੈਲੋ, ਹੈਲੋ, ਇਹ ਸੱਚੀ ਬੜੀ ਔਖੀ ਗੱਲ ਹੈ। ਜੇ ਪ੍ਰੋਬਲਮ ਫੈਮਿਲੀ 'ਚ ਹੈ ਤੇ ਸਮਝ ਲਓ ਕਿ ਪ੍ਰੋਬਲਮ ਪਤਾ ਕੀ ਹੈ, ਫੈਮਿਲੀ ਦੇ ਵਿੱਚ ਗੱਲ ਨਹੀਂ ਹੋ ਰਹੀ। ਜੇ ਗੱਲ ਹੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ। ਗੱਲ ਖਾ ਜਾਂਦੀ ਹੈ ਸਾਰੀ ਚੀਜ਼ ਨੂੰ। ਪ੍ਰੋਬਲਮ ਤਾਂ ਜਿਹੜੀ ਅੰਦਰ ਸੇਮੀਆਂ ਜਿਹੜੀਆਂ ਅੰਦਰ ਵੱਟ ਹੁੰਦੀਆਂ, ਗੱਲ ਹੋ ਨਹੀਂ ਰਹੀ, ਸੇਮੀਆਂ ਅੰਦਰ ਵੱਟ ਹੋ ਰਹੀਆਂ, ਉਹ ਫਿਰ ਬਾਹਰ ਕੱਢਣੀ ਨਹੀਂ ਆਉਂਦੀ ਹੈਗੀ। ਜੇ ਜਦ ਮੌਕਾ ਮਿਲਦਾ ਪ੍ਰੈਸ਼ਰ ਆ ਜਾਂਦਾ, ਥਾਂ ਕਰਕੇ ਬੰਦਾ ਮਾਰਦਾ। ਗੱਲ ਤਾਂ ਨਹੀਂ ਹੋਈ। ਜਿੱਥੇ ਮਰਜ਼ੀ ਪ੍ਰੋਬਲਮ ਹੈ, ਕਿਸੇ ਬੰਦੇ ਦਾ ਕੰਮ ਸੈੱਟ ਨਹੀਂ ਹੈ, ਇਹਦਾ ਮਤਲਬ ਉਹਨੂੰ ਕੰਮ 'ਚ ਗੱਲ ਕਰਨੀ ਨਹੀਂ ਆ ਰਹੀ। ਕਿਸੇ ਦਾ ਘਰ ਸੈੱਟ ਨਹੀਂ ਹੈ, ਇਹਦਾ ਮਤਲਬ ਉਹਨੂੰ ਘਰ 'ਚ ਗੱਲ ਕਰਨੀ ਨਹੀਂ ਆ ਰਹੀ। ਜਿਹੜਾ ਆਪ ਸੈੱਟ ਨਹੀਂ ਹੈ, ਇਹਦਾ ਮੈਨੂੰ ਆਪਣੇ ਆਪ 'ਚ ਗੱਲ ਕਰਨੀ ਨਹੀਂ ਆ ਰਹੀ। ਔਰ ਗੱਲ ਕਰਨ ਦਾ ਪਹਿਲਾ ਨਿਯਮ ਹੈ ਜਿਹੜਾ ਅਸੀਂ ਅੱਜ ਸ਼ੁਰੂ ਕਰਾਂਗੇ, ਤੁਸੀਂ ਉਹਦੀ ਪ੍ਰੈਕਟਿਸ ਕਰਕੇ ਦੇਖਿਓ। ਇੱਕ ਆਪਣਾ ਸ਼ਬਦ ਹੈ ਐਂਗਰ। ਇਹਨੂੰ ਆਪਾਂ ਹਿੰਦੀ 'ਚ ਕਹਿੰਦੇ, ਪੰਜਾਬੀ 'ਚ ਕਹਿੰਦੇ ਹੈ ਖਿਜਣਾ। ਇੱਦਾਂ ਹੀ ਕਹਿੰਦੇ ਜੀ। ਆਪਾਂ ਸਾਰੇ ਜਣੇ ਬਿਨਾਂ ਖਿਜੇ ਗੱਲ ਕਰਨ ਦੀ ਪ੍ਰੈਕਟਿਸ ਕਰੀਏ। ਹਾਂਜੀ, ਕਰਕੇ ਦੇਖ ਲੈਂਦੇ। ਬਾਅਦ 'ਚ ਅਸੀਂ ਕਿਹੜਾ ਖਿਜਣਾ ਭੁੱਲ ਜਾਣਾ। ਜੇ ਨਾ ਕੰਮ ਆਵੇ ਤੇ ਖਿੱਚ ਕੇ ਸਾਰ ਲਾਂਗੇ। ਔਰ ਖਿੱਚਣਾ ਲਾਸਟ ਹਥਿਆਰ ਹੈ। ਖਿੱਚਣਾ ਬਹੁਤ ਅੱਛਾ ਹਥਿਆਰ ਹੈ, ਪਰ ਜਦ ਕੋਈ ਹੋਰ ਹਥਿਆਰ ਕੰਮ ਨਾ ਆਵੇ ਤਾਂ। ਲੇਕਿਨ ਅਸੀਂ ਪਹਿਲੀ ਸਟੇਜ ਤੇ ਲਾ ਦਿੰਦੇ। ਗੱਡੀ ਚਲਾਉਂਦੇ ਜਾਂਦੇ ਦੇਖਦੇ ਹਾਂ, ਮਾੜੀ ਜੀ ਕਿਸੇ ਅੱਗੇੋਂ ਕੱਢ ਦੋ ਸਾਈਡ, ਗੱਡੀ ਲੱਗੀ ਨਹੀਂ ਹੁੰਦੀ, ਉਹਦਾ ਬੱਸ ਨਹੀਂ ਚੱਲਦਾ, ਉਹ ਗੱਡੀ ਉੱਥੇ ਹੀ ਛੱਡ ਕੇ ਉੱਪਰੋਂ ਛੱਤ ਫਾੜ ਕੇ ਤੁਹਾਡੇ ਵਾਲੀ ਗੱਡੀ 'ਚ ਵੜ ਕੇ 2 ਮੁੱਕੇ ਮਾਰੇ ਤੁਹਾਡੇ। ਹੈਲੋ, ਬਾਹਰ ਇਸ ਤੋਂ ਇਲਾਵਾ ਤਾਂ ਕੁਛ ਨਹੀਂ ਹੈ।
ਲੋਕਾਂ ਨੂੰ ਖਿਜੇ ਬਿਨਾਂ ਗੱਲ ਕਰਨ ਦੀ ਪ੍ਰੈਕਟਿਸ ਨਹੀਂ ਰਹੀ। ਉਹ ਉਦਾਂ ਹੀ ਬਾਹਰ ਗੱਲ ਕਰਦੇ ਹੈ, ਉਹ ਉਦਾਂ ਹੀ ਘਰ ਗੱਲ ਕਰਦੇ ਹੈ, ਨਹੀਂ ਬਣਨੀ। ਔਰ ਉਦਾਂ ਹੀ ਆਪਣੇ ਨਾਲ ਖਿਜਦੇ ਹੈ। ਸਭ ਤੋਂ ਬੜਾ ਪਾਪ ਜਿਹੜਾ ਅਸੀਂ ਕਰਦੇ ਜਦੋਂ ਅਸੀਂ ਆਪਣੇ ਨਾਲ ਖਿਜ ਕੇ ਗੱਲ ਕਰਦੇ। ਇਹ ਘਰ ਦੂਰ ਹੈ, ਵੈਸੇ ਬਾਅਦ 'ਚ ਕਰਾਂਗੇ ਚਰਚਾ ਇਹਦੀ, ਇਹ ਲੰਬਾ ਹੈ ਘਰ। ਲੇਕਿਨ ਫਿਲਹਾਲ ਜੇ ਸੱਚੀ ਆਪਾਂ ਆਪਣੇ ਆਪ ਨੂੰ ਪਿਆਰ ਕਰਦੇ, ਨਿਆਣਿਆਂ ਨੂੰ ਪਿਆਰ ਕਰਦੇ, ਦੇਸ਼ ਨੂੰ ਪਿਆਰ ਕਰਦੇ, ਆਪਣਿਆਂ ਨੂੰ ਪਿਆਰ ਕਰਦੇ, ਘਰ ਦੇ ਵਿੱਚ ਸੱਚੀ ਇੱਕ ਰਿਵਾਜ ਰੱਖ ਦਿਓ ਕਿ ਖਿੱਚ ਕੇ ਨਹੀਂ ਗੱਲ ਕਰਨੀ। ਬਿਨਾਂ ਖਿੱਚ ਕੇ ਗੱਲ ਕਰਨ ਦੀ ਪ੍ਰੈਕਟਿਸ ਕਰੋ। ਹਾਂਜੀ ਹਾਂਜੀ, क्या समझ आया? गुस्सा रह के नहीं बात करनी, मतलब प्यार से बात करनी सबसे। अगर घर से ही रखना है सारी जगह, मतलब जैसे वर्क हो गया, अगर कल्ले से भी बात करनी है तो आराम से बिना डरे। खिजना ही नहीं है, अजी रखा ही नहीं होया। बंटे खेले साढ़े यार पता नहीं असी ना सच्ची पागल, मतलब ये ना अपनी जी पनीरी ना सारी बेकार करके रखती। जिन्ना मिट्टी ਨੂੰ ਲੱਗਾਂਗੇ ਉਹਨਾਂ ਇਮਿਊਨ ਸਿਸਟਮ ਸਟਰੋਂਗ ਹੁੰਦਾ। ਪਰ ਫਸਦਾ ਸੀਗੇ। ਅਸੀਂ ਬੰਟੇ ਖੇਲਦੇ ਹੁੰਦੇ ਸੀ, ਸਾਡੇ ਨੋਹ ਭਰੇ ਹੁੰਦੇ ਸੀ ਮਿੱਟੀ ਨਾਲ। ਇਹੀ ਕੁਝ ਸਾਰਾ ਕੁਝ ਚਾਈਨਾ ਖੇਡਦੇ ਸੀ, ਬਾਂਟੇ ਗੁੱਲੀ ਡੰਡਾ ਵਗੈਰਾ ਸਾਰਾ। ਜਿੰਨਾ ਮਿੱਟੀ ਚ ਲੱਗਦੇ ਸੀ ਉਹੀ ਹੱਥ ਇੱਧਰ, ਉਹੀ ਹੱਥ ਇੱਧਰ, ਉਹੀ ਹੱਥ ਧੋਣੇ ਕਿ ਨਹੀਂ ਤੋਂ ਅੰਦਰ। ਮਿੱਟੀ ਨੇ ਸਾਡਾ, ਮੈਂ ਕਦੇ ਡਾਕਟਰ ਕੋਲ ਗਿਆ ਹੀ ਨਹੀਂ। ਮਿੱਟੀ 'ਚ ਖੇਲੇ, ਛੂਨ ਚਨਿਕਾ ਖੇਲੇ, ਬੰਟੇ ਖੇਲੇ, ਗੁੱਲੀ ਡੰਡਾ ਖੇਲੇ। ਆਪਣੇ ਹੱਥ ਮੋਬਾਈਲ ਫੜਾਤੇ ਹੀ ਗੇਮਾਂ ਖੇਡ ਲੋ ਜੀ, ਤੇ ਮੋਬਾਈਲਾਂ ਤੇ ਚਲੋ ਜੀ ਇਹ ਕੋਈ ਜਗ੍ਹਾ। ਬੰਟੇ ਨਹੀਂ ਸਾਨੂੰ ਉਹਨਾਂ ਨੇ ਬਰਬਾਦ ਕਰਕੇ ਰੱਖਤਾ। ਅਸੀਂ ਨੈਚੁਰਲੀ ਆਏ ਹੀ ਨਹੀਂ ਹੈਗੇ। ਸੋ ਇਹ ਟੌਪਿਕ ਹੋਰ ਪਾਸੇ ਨਿਕਲ ਜਾਣਾ, ਆਪਾਂ ਇੰਨੀ ਏਰੀਏ 'ਚ ਰਹਿਣਾ। ਸੋ ਗੱਲ ਇਹ ਹੈਗੀ ਹੈ ਕਿ ਆਪਾਂ ਆਪਣੇ ਆਪ ਨੂੰ ਸਾਂਭੀਏ, ਥੋੜ੍ਹੇ ਜਿਹੇ ਤਕੜੇ ਬਣੀਏ, ਖਿਜਣ ਤੋਂ ਬਿਨਾਂ ਗੱਲ ਕਰਨ ਦੀ ਪ੍ਰੈਕਟਿਸ ਕਰੋ। ਉਹ ਜਿਹੜਾ ਤੁਹਾਡਾ ਕੰਮ ਹੈ ਉਹ ਤਾਂ ਹੈ ਵੀ ਬੜਾ ਔਖਾ। ਉਹਦੇ 'ਚ ਤਾਂ ਉਹ ਜਿਹੜਾ ਕਹਿੰਦੇ ਲਾਸਟ ਸੂਰਾ ਪਹਿਲੇ ਲਾਉਣਾ ਪੈਂਦਾ ਹੈ। ਪਰ ਇੱਕ ਗੱਲ ਤੁਹਾਨੂੰ ਦੱਸਾਂ, ਜੇ ਤੁਸੀਂ ਪ੍ਰੈਕਟਿਸ ਕਰਕੇ ਨਜ਼ਾਰਾ ਆ ਜਾਏ। ਬੰਦਾ ਜਿਹੜਾ ਪਿਆਰ ਨਾਲ ਮੰਨ ਜਾਂਦਾ, ਉਹ ਪਿਆਰ ਨਾਲ, ਮਤਲਬ ਇੱਕ ਐਸੀ ਪਿਆਰ 'ਚ ਤਾਕਤ ਹੁੰਦੀ, ਜੇ ਤੁਹਾਨੂੰ ਉਹ ਚਲਾਣੀ ਆ ਜਾਏ ਫਿਰ ਤੁਸੀਂ ਕੁਝ ਵੀ ਕਰ ਸਕਦੇ। ਕਿਉਂਕਿ ਉਹ ਜਿਹੜਾ ਖਿਜਣ ਦਾ ਜਿਹੜਾ ਬਾਹਰ ਜੋ ਕੁਝ ਕਰਕੇ ਜਦੋਂ ਘਰ ਜਾਂਦੇ ਨਾ, ਘਰ ਵੀ ਉਹ ਇਫੈਕਟ ਨਾਲ ਜਾਂਦਾ। सिर्फ प्रैक्टिस की गल है। फिर अगर सामने वाले किसकी बात कर रहा हो तो हम कैसे करेंगे? हाँ, सामने वाला तो आजकल ऐसे होते हैं, मतलब पहले गुस्से में होते हैं। आप थोड़ी देर साइलेंट रह सकते हो बस, और आप आंखों में आंखें डाल के देख सकते हो। अगर कोई खींच के बात कर रहा है, आप थोड़ी देर साइलेंट रह के उसकी आंखों में आंखें डाल के देख सकते हो। वो थोड़ी देर बाद वो बहकने लगेगा, उसमें हिम्मत नहीं रहेगी। क्योंकि जो नहीं बोल रहा है उसको नहीं पता भाई ये क्या करने वाला है। हेलो, जो खिंच के तो बोल रहे हैं, कभी आपने उनको लड़ते देखा है? ऐसे ऐसे देखा है बस। हेलो, वो दोनों ऐसे आते फिर ऐसे चले जाते, वो टच नहीं करते एक दूसरे को। इतना नजदीक आके ऊंची ऊंची आवाज में बात करते हैं, लेकिन वो लड़ते नहीं है। हेलो, उन्होंने सिर्फ ये सीखा है कि खिंच के बोलने से बात बन जाती है या सामने वाला डर जाता है। आप आराम से बैठ के उनकी तरफ देख सकते हो। प्रैक्टिस ही करनी है। अगर ना काम चले तो आप भी दोबारा कोई ये कैसेट चेंज करता हो, आ जाओ ना। हेलो, आप चेंज कर लो, नहीं तो मार चुके। लेकिन थोड़ी देर तो आपको उस स्टेमिना को बढ़ाना है। आपको अपना स्टेमिना बढ़ाना है ना। जो खिंच के बोल रहा है आप उसका थैंक्स करो कि आपकी प्रैक्टिस करवाने आया वो। हेलो हेलो सर, ये मेरे साथ परसों हुआ है। हाँ जी, एक कस्टमर के घर गया हूँ मैं, वो काफी गुस्से से मेरे से बोला, कह रहा कि 7 बजे के बाद आप आ नहीं सकते। मैं कहा अभी 12 मिनट पड़े हैं 7 बजने को, मैं आ सकता हूँ तेरे पास। काफी कुछ बोला, मैं चुपचाप घर आ गया। कह रहा अपने सीनियर को लेके आना, उसको लेके आना, उसको लेके आना, मेरे जो निकले गए हैं सबको लेके आना कागज। मैं ठीक है, मैं चुपचाप घर आ गया। कल सुबह फिर उसका फोन आ गया 9 बजे, कह रहा कहाँ पे हूँ? मैं घर पे हूँ। कह रहा यार पाजी रात वास्ते सॉरी,
कि मैं ना कल मिलूंगा ਤੁਹਾਨੂੰ कल मैं ਤੁਹਾਨੂੰ पेमेंट दे दूंगा। मैंने ठीक ठीक है कोई आपने जो कहा ये सच में वर्क करता है। खींचने वाले की लिमिट कुछ सेकंड कुछ मिनट तक की होती है बस, उसके बाद उसे कुछ नहीं आता। जब उसका खींचना काम नहीं आता ना, फिर वो हाथ पैर मारने लगता है कि अब क्या करें, क्यों खींचना तो काम नहीं आ रहा। लेकिन अभी हम लोग जैसे नए नए खिलाड़ी नहीं होते, अभी हमें कुश्ती नहीं लड़नी, बस ऐसे ऐसे करना सीखना है। हेलो हमें सिर्फ प्रैक्टिस करनी, क्या हमें खींच के नहीं बोलना, ये छोड़ना नहीं है। पता लगे आप कल को काम छोड़ के बैठ गए कि हमने तो संन्यास ले लिया जी। हेलो कि हम तो कल जाके आए थे, वहां पे हमने वो ले लिया, क्या कहते हैं वो गुरु वाला क्या कहते हैं उसे, नाम ले लिया कि हमें तो मना किया गया कि हम खिंच के नहीं बोलेंगे। ऐसा नहीं करना है, इसे छोड़ना नहीं है, लेकिन इसको कुछ सेकंड बाद लगाना है, कुछ मिनट बाद लगाना है। अगर काम इसके बिना चलता दिखे तो ठीक है बस हो गया हो गया हो गया हो गया, कोई बात नहीं कोई बात। इससे आपकी एनर्जी बहुत कम कंज्यूम होती है, आपके बच जाते हैं। जो परमात्मा आपको रोज पैसे देता है ना, वो बच जाते हैं जब आप खिंच के नहीं बोलते हो तो। हेलो और वही काम के हैं। अपने वाली करेंसी कोई काम की नहीं है, जिसको बॉर्डर क्रॉस करते उसकी वैल्यू चेंज हो जाती। करेंसी तो उसी की है जिसकी वैल्यू चेंज नहीं होती, नहीं। और हमें उसी करेंसी को बचाना है। कोशिश करके देखना, मैं फिर कह रहा हूं, मेरे पे विश्वास मत करना, जो मैं कह रहा हूं उसे आजमा के देखना, परख के देखना। घर में तो खिंच के बोलना, चलो हम लोग बाहर की बात अभी इस यहां की छोड़ देते, यहां तो पहुंचना ये भी छोड़ देते, यहां की बात करते। अब यहां क्या पड़ी है बोलो, आपसे ही पूछता हूं। घर में खिंच के नहीं बोलना, चलो ये रख लेते। अब मतलब कैसे? अब कोई आप अब वही दोबारा क्वेश्चन करो जो आपने पहले क्वेश्चन किया था कि अगर सामने वाला खिंच के बोले। अब फैमिली की बात कर रहा हूं, अब सामने वाला कौन है? घर वाले हो गए, मम्मी पापा हो गए। हाँ, फिर बोलने दो खिंच के, कौन है? अपने ही है। फिर चुप बैठ जाए थोड़ी देर, फिर थोड़ी देर शांत रह ले। नहीं, वहां तो बोलना ही नहीं है। अब वहां कोई जंग थोड़ी लड़नी है यार उनसे। उनसे जीत के करोगे क्या? उनसे तो हार के फायदा है। बेटा हमें गलत सिखाया गया है, जो रिश्ते होते हैं ना वहां हारने से जीत होती है। हमने जीत के रिश्ते हार दिए। हेलो मेरी बात को जिंदगी भर ध्यान में रखना। जिसको घर में हारना आ गया ना, उसको कोई नहीं हरा सकता फिर। हेलो आप मेरे से बात कर सकते हैं यार। सही है। हार जाओ घर में और उसको जीत लेने दो, और लोग घर में ही लड़ी जाते हैं। बाहर वालों की तो जरूरत ही नहीं पड़ती फूकने के लिए। घर ही लड़के जीतते हैं, खुशी होती है हम लड़के जीतते हैं। हाँ, घर के सदस्य एक दूसरे को हरा देते हैं, दुश्मनों की तो जरूरत ही नहीं। पकड़ रहे हो ना? अब हम इसको हटा देते हैं, दोनों को, इसको नहीं देखना है ना, दूसरे रंग से मार्क कर देते हैं इसको। अब हम बात करेंगे सिर्फ यहां खींच के नहीं बोलना, यहां से प्रैक्टिस करते हैं। जैसे ही बाहर निकलो खींच के बोलना शुरू कर दो, बस। ये ठीक है? हाँ, घर पे खींच के नहीं बोलना। अब क्या प्रॉब्लम है? नहीं चलेगा? बातें करो यार। ये क्या है, तो बोलना है? अच्छा अच्छा। अब किसी को दिक्कत? अब कौन कौन ये लक्ष्मण रेखा के अंदर रह सकता है? सारी रहमत नहीं है, ये रख कोशिश करके। ओ ओ ओ ओ ओ
बच्चे आए हैं साथ में, कौन से हैं? इधर देखो, ये महारथी ये कह रहे हैं कि मुझे अपने बच्चों से, सॉरी, उनके मुझे बहुत खटकती है। ये दोनों ही आपस में खड़कते रहते हैं। नहीं, अभी सेट करेंगे इनको। अगर देखो, अगर हमने यही सेट नहीं किया, नहीं, मेरे को झूठ बोलना नहीं आता, मेरे को साफ बता रही हूँ कि मेरी और इसकी बहुत खटकती है। हम दोनों दिन में एक बार जरूर लड़ाई करते हैं। चलो अब के बाद हमें प्रैक्टिस करनी है कि हमें खिंच के नहीं बात। अब ये देखना इसमें कौन जीतता है। जीतना है ना एक दूसरे से। लड़ाई भी तो किस बात की होती है? जीतने की। जीतने की हाँ, फिर कौन सी होती है? मतलब टॉपिक क्या होता है? छोटी बात पे जैसे कभी हो जाता है कि आपने मुझे ये नहीं दिया तो उस चीज पर लड़ाई होगी। जीतने की होगी ना, वो कहता मैं सही हूँ। टाइम से सब कुछ हो जाएगा, वो नहीं समझता तो फिर कई बार हो जाता है, बीपी लो हो जाता है, तो गुस्सा आ जाता है। उसको जीतने दो, आपको गुस्सा नहीं करना, बस कोशिश करो बच्चे। अगर आप कोशिश करो। अगर मैं आपको छोटी सी बात कर, आपका क्या नाम है? स्मिता, स्मिता, अगर आप ये कोशिश कर गए तो समझ ले आपने सब कुछ जीत मैं लिया। कोशिश करूंगी। अगर आपने इस बच्चे को बिना परिवार में बिना खिजे बात करना सिखा दिया तो आपने इसको अपनी फैमिली संभालना सिखा दिया। क्योंकि आपकी जीत पता कब है? अगर आप इसका परिवार बढ़ाते हो और ये फैमिली संभाल ले। अगर इसने खिंच के नहीं छोड़ा तो ये वहाँ भी खिंच के बोलेगा। अगर ये वहाँ खिंच के बोलेगा तो कोई गारंटी नहीं कि इसका परिवार संभलेगा। अपने बच्चों को संस्कार दो कि घर में, परिवार में किसी के साथ खिंच के कोई बात नहीं करनी। जो भी बात है बैठ के बात करते हैं ना। हेलो, परिवार में कम से कम आज के बाद बंद, हमें खिंच के बात नहीं करनी। और हम जीत जाएंगे। हम लोग कोई आसान सफर पे नहीं निकले हुए, हम बड़े मुश्किल सफर पे निकले और इसमें मुश्किलें आएंगी। हमारे अपने ही सबसे पहले अपने खिलाफ होंगे क्योंकि उनका प्लेयर चला गया सामने से। खिंच के दोनों लड़ते थे, एक प्लेयर ने हथियार डाल दिए, अब दूसरा क्या करेगा? वो कहेगा यार वापिस आओ, कहां पे हो? वो और खिंच के बात करेगा थोड़ी देर के लिए, आपको उकसाएगा कि नहीं आप बात करो, क्योंकि उसकी तो आपने लॉटरी सारी खत्म कर दी। सो सबसे पहला पॉइंट ये है, यही आना चाहिए और इसको सबसे पहले यहां लागू करके देखते हैं। बिजनेस में मत करना क्योंकि आपका काम जो मुझे पता है वो कुछ ऐसा है। लेकिन जैसे इन्होंने कहा, आपका नाम क्या है सर? संजीव। जैसे संजीव ने कहा कि मैंने उनसे प्यार से बात की, और मैं सच कहता हूँ, आप अपने पास एक लिस्ट बनाएं और लिखें कि कितने बंदों से आपने खिंच के बात की और कितने बंदों से आपने प्यार से बात की। फिर आप टोटल कलेक्शन देखना कि किसकी ज़्यादा है। हेलो, कितने बंदों से आपने खिंच के बात की और कितने बंदों से आपने प्यार से बात की, और फिर आप टोटल करके देखना कि कलेक्शन की अमाउंट और सक्सेस रेट किसका ज़्यादा है। अगर तो खिंच के बात करने का ज़्यादा हो फिर आगे से खिंच के बात करें। अगर लगता है कि यार प्यार से बात करने से बात बनती है तो प्यार से। इसमें कौन सा मूल मंत्र है? इसमें कौन सी मुश्किल काम है? प्रैक्टिस करके देखना है ना, वो करके देखो, हल यही है। और एक और आपको इसी के साथ बताता हूँ। मैंने अपने बच्चों का जो पालन पोषण किया है वो गले लगा के किया है। आप बोलोगे सभी लगाते, नहीं लगाते। और गले लगाने से साइंटिफिकली अभी प्रूव हुआ है कि जो बच्चे और जो माँ बाप एक दूसरे के गले लगते हैं उनमें बीमारियां, बहुत सी बीमारियां कम हो जाती, वहीं पे हील हो जाती। तो यहां से दो चीजें निकलती हैं, गले लगो गल करो, गले लगो गल करो, गले लगो गल करो। हेलो, सच में कह रहा हूं। कोई घर से बाहर जाए गले लगो, कोई घर से अंदर आए गले लगो, बातें करो।
हाँ जी, कमाल का फार्मूला है, यूज करके देख लो। बस यहीं तक रहने दें आज, क्या आगे चलना है? थोड़ा सा चलना है, आप जैसे कहेंगे। अगर कहेंगे तो मैं यहीं वाइंड अप कर लूंगा इसको। अगर आप कहेंगे थोड़ा सा आगे चलना, हम थोड़ा सा आगे जा सकते हैं। कर लो आगे, करें, चलो। काम तो नहीं है। नहीं तो खींचने के लिए अलग जगह बना लो कोई, जब खींचना आए जोर से तो अपना गाड़ी वाड़ी उठाई और वहां चले गए, वहां खिंचाए। फिर ना पंगा ले जाते जाएंगे ना करा देंगे। और खींचने के बाद उसको माफी मांग लेना, यार मेरे को बड़ी जोर से प्रेशर था इसलिए आ गया, सॉरी, मैं वैसे हूं नहीं ऐसा। हेलो, ठीक है, चलो एक और चीज करते हैं फिर। एक छोटा सा पॉइंट है जिसे डिस्कस करना ज़रूरी है। जब हमने ये काम शुरू किया, अभी हिंदी शुरू हो गई है, दिक्कत तो नहीं है कोई? वो कैसेट चेंज कर दिए, किसने की? इसने की, इसने की। पंजाबी से हिंदी कौन लेके आया? अच्छा, फिर ठीक। तो एक काम करते, एक जब हमने ये काम शुरू किया तो उसमें ये था कि जो लोग आए उनकी इनकम बढ़े और वो हमारे साथ परमानेंटली जुड़े। मैं कुछ एक एग्जांपल्स आपके सामने रखना चाहता हूँ कि जिन्हें आप देखें और उन्हें आशीर्वाद भी दें और उनके लिए एक प्रार्थना भी करें कि उन्होंने जो किया है पिछले कुछ दिनों में। तो मैं चाहूँगा कि पहला नाम और उनके बारे में थोड़ा सा बता दें और पहला नाम लेके उनको बुला दें एक बार। परीक्षा और भव्या। आ जाओ बेटे, कहो। आ जाओ। ये लड़की आपके बार पे लगने के बाद हमारे पास, एंड नाउ शी इज अर्निंग। मेरे को बताते ही मुझे बड़ी खुशी हो रही है कि 35,000 प्लस पे शी दोनों ही मतलब। कितनी एज है? 23। 23 साल की उम्र है। 8,000 रुपये लगने के लिए आई थी और मुझे कल पत्नी परसों पता लगा है कि इसने 35,000 अर्न की है। इसे अगर आप अपनी बहन, बच्चा जो भी समझोगे, आपको फ़क्र होना चाहिए कि छोटी सी बच्ची है और 35,000 घर पे लेके जा रही है। इससे कमाल की चीज़ है और हम इसे गिरने नहीं देंगे। नहीं? हम इसे गिरने नहीं देंगे। और कल को अगर ये कुछ लाख का चेक भी लेके जाए तो मैं चाहूँगा कि हम वो दिन भी देखें जिससे इसकी ज़िंदगी बदले। और इसको हम लोग एज ए फैमिली ही अपने साथ जोड़े हुए हैं, हम इसको नहीं हिलने देंगे। हाँ, बाकी इसकी मर्जी। ठीक है। मैं ये नहीं कह रहा कि इसको दिखाने का मतलब ये है कि इसने किया है। ये 8,000 से शुरू करके 35,000 पे आज इसने लिए। थैंक यू बेटा, थैंक यू बेटा। अच्छा, ये हमारा शेर है इसकी। लेकिन इसकी क्योंकि ये बहुत से काम देखता है, इसलिए अगर ये सिर्फ इनकम पे ध्यान दे और सिर्फ काम करे तो इसकी महीने की इनकम लाख भी क्रॉस कर सकती है। लेकिन इसने सब कामों को ध्यान में रखते हुए साथ साथ अपना जो पर्सनल इनकम इसने खड़ी की वो भी 35,000 की है। अच्छा लगता है? अपने ही परिवार से, अपने ही परिवार से ना। ऐसे यार एक दूसरे के साथ जुड़ जाओ, एक दूसरे के साथ मिल जाओ। हमें उतनी खुशी हो जैसे अपने बच्ची, अपनी बहन के वक्त में होती कि हाँ इतना हुआ है। इंदरबाजी प्लीज। इन्होंने हमारे साथ लास्ट मंथ ही ज्वाइन किया था और 25,000 ही है। ठीक है, ठीक है, ठीक है। एक महीने में इन्हें 25,000 रुपये गए और ये अच्छी, आज की डेट में बहुत अच्छी बात है कि इनकम आनी चाहिए। पैसे के अलावा कुछ नहीं है, पैसा बहुत ज़रूरी हो गया है। और हमें उम्मीद है कि अगर ये फार्मूला ठीक निकला तो धीरे धीरे आपको यही एज ए क्या कह सकते हैं, एक मॉडल के रूप में हम लोग सामने रख सकेंगे कि आज इनका 2.5 लाख का बना है।
आज 25,000 का बना है। तो अगर ऐसे से अगर ये वाकई में काम करता है, ठीक है, और अगर वाकई में ये मेहनत करते और ये काम करता है, प्यार सच में काम करता है, तो 2.5 लाख दूर नहीं है बॉस। अगर यहाँ पहुँचे हैं तो वहाँ भी पहुँचेंगे। मैं ਹੁਣ तक किसी नाल गुस्से 'ਚ नहीं बोला सर। मैं प्यार नाल ही बोल, मैं प्यार नाल ही चल रहा जी ज़्यादा। हम जिनको ये बात समझ में आती है, ये उनके लिए आज़ादी की लड़ाई जैसा है। मेरी बात समझ रहे हो आप? जिनको ये बात समझ में आती है, ये उनके लिए आज़ादी की लड़ाई जैसा है। लोग खिंच के बात करने के लिए अपने आप को कुछ कहते हैं, हम लोग एक नई रीत चला के नहीं, हमें प्यार से बात करनी, बस हमें प्यार से बात करनी। थैंक यू सो मच, थैंक यू। नेक्स्ट बताता शेर आला शेर था वो तो ਇਹ ਤਾਂ 6 ਮਹੀਨੇ ਹੋਇਆ ਹੈ ਨਾਲ ਜੁਆਇਨ ਕੀਤਾ ਇਹਨੇ ਪਟਿਆਲੇ ਬਟ ਨਾਓ ਇਜ਼ ਅਰਨਿੰਗ 20,000 प्लस 20,000 से ऊपर है ये गए, तो 6 महीने हुए हैं। और मुझे लग रहा है कि हम धीरे धीरे, अगर आप सब लोग सहमत होते हो, मैं एक टीचर होने के नाते कह रहा हूँ, क्योंकि मैं टीचर ज़्यादा दे रहा हूँ। मेरे पास बिजनेस को बढ़ाने के लिए भी बहुत सी चीज़ें हैं, स्टेप बाय स्टेप हम लोग उसको भी देखते रहेंगे। तो अगर धीरे धीरे हम लोग इसको सेट कर गए अपनी ज़िंदगी में, तो मुझे लग रहा है कि हम लोग इनको कहीं ना कहीं ले जाएंगे, नहीं? और सब लोग अगर मिलके काम करेंगे, एक दूसरे को सपोर्ट करते रहेंगे, एक दूसरे को गिरने नहीं देंगे, हम लोग कहीं ना कहीं पहुंच जाएंगे। थैंक यू सो मच। हाँ जी, मैं आपको एक 2 महीने बाद एक ऐसे लड़के से मिलवाऊंगा। मैं आज भी मिलवा सकता था, आज भी उसे बुला सकता था, मैंने नहीं बुलाया। उसकी खासियत ये है, वो आज तक स्कूल नहीं गया, एक भी क्लास पढ़ा नहीं है, ना उसे पंजाबी आती है, ना उसे हिंदी आती है, ना उसे इंग्लिश आती है। हेलो, और इस थ्योरी पे काम कर रहा हूं मैं, उसके साथ मैं अलग जगह पे काम कर रहा हूं। उसकी भी एक इनकम आएगी, उस पे भी हम लोग मैं उसको बुलाऊंगा आपके सामने। अब देखना कि प्यार क्या ताकत होती है। जिसको प्यार आ गया, उसे किताबों, पढ़ाई लिखाई, ये वो चीज़ें उसके आड़े नहीं आती। उस पर काम कर रहा हूँ, अभी रिज़ल्ट उसका आया नहीं है, लेकिन मुझे लग रहा है कि वो जल्दी रिज़ल्ट देगा और वो प्रूव कर देगा कि प्यार बहुत बड़ी चीज़ होती है। उसे प्यार करना आता है। हेलो, सो ये कुछ बेसिक थे। छोटा सा पॉइंट और कर लेते, जैसे आपने कहा, जो हम हैं एक सोलर सिस्टम में। टेक्निकली बात है थोड़ी सी, मैं बिल्कुल साधारण उसमें रखना चाहूँगा आपके सामने कि एक सोलर सिस्टम में है, जिसमें न्यूक्लियस में सन है, उसके बाद मरकरी है, उसके बाद वीनस है, उसके बाद अर्थ है, उसके बाद मार्स है। ऐसे करके पूरा सोलर सिस्टम में जो घूमता है, और सारी ये जो चीज़ें हैं, इनकी लाइन और इसका पाथ फिक्स है, ये उसी पाथ पे घूमते हैं। ये जो अर्थ है, एक दिन में ये 1 डिग्री से ज़्यादा घूमती है, और एक साल में ये 360 डिग्री जो है, ये 365 दिन में कवर करती है। मतलब यहाँ से चलेगी, एक साल बाद ये यहाँ पहुँचेगी, 365 पॉइंट समथिंग दिन में ये 360 डिग्री कवर कर लेगी। मतलब ये एक दिन में 1 डिग्री से ज़्यादा कवर करती है, थोड़ा सा ज़्यादा। मैं आपको इसकी लॉजिक बाद में बताऊंगा, कभी डिस्कस करूंगा, लेकिन एक बेसिक चीज़ अभी बताऊंगा। इसको 4 हिस्से में बांटते हैं, तो 90 डिग्री के 4 हिस्से बनते हैं। और
जो फसलें होती हैं वो इस लिहाज से आगे बढ़ती हैं। 3-3 महीने की फसल होती बेसिकली, 3 महीने का वो होता है अपना एक पीरियड होता है जिसमें वो 90 डिग्री कवर कर लेती। और आपको ये जो स्वभाव है आपका जिसमें आप बदलाव करने लगे हो, यहां जो आपका ये काम है, होता क्या है कि बहुत से लोग जितनी मेहनत करते हैं उनको उतना रिजल्ट नहीं मिलता। हेलो, बहुत से लोग जितनी मेहनत करते हैं उनको उतना रिजल्ट नहीं मिलता। उसका कारण क्या है? वो ये कोर्स पूरा नहीं करते। कम से कम 90 डिग्री आपको अगर आपको किसी चीज में अच्छा रिजल्ट देना है तो 90 डिग्री तक आपको उसमें रहना पड़ेगा। 90 डिग्री का मतलब क्या हुआ? अप्रोक्सीमेटली हम लोग कह लेते 90 डेज। अगर आपको सच में किसी चीज का रिजल्ट लेना है तो आपको अपने आप को उस क्रिया में, उस प्रक्रिया में, उस हालात में, उस काम में 90 दिनों तक रखना पड़ेगा। उसके बाद आप कह सकते हो कि रिजल्ट आया, ठीक है या गलत। होता क्या है, अक्सर लोग रिजल्ट के पहले अपना पाथ चेंज कर देते। ये बड़ा एक टेक्निकल पॉइंट, बच्चों के लिए बड़ा खास पॉइंट है कि बच्चे थोड़ी देर काम करके यार मजा नहीं आया, जो सोचा था वो निकला नहीं। 90 डिग्री का कोर्स किया गया। जिनको ये बात समझ में आई, एक बार इसको मैं आपसे ही विनती करता हूं, जो बड़े हैं, एक बार साबित करके देखना बॉस, क्या ये सच है? अगर ये सच हुआ तो अपने बच्चों को सिखाना कि ये सच है। मैं फिर कहता हूं, मैं बड़ों से विनती करता हूं, क्या ये सच है? साबित करके देखना, जांच करके देखना, परख के देखना कि 90 दिन एक काम को प्रतिदिन रेगुलर एक ही मात्रा में करने से क्या रिजल्ट आता है। ये आपको टेक्निकल पॉइंट बता रहा हूं, उसके पहले मत हिलना। आप चाहे तो बात कर सकते, और इसमें 90 दिन आपके होने नहीं देगी। कौन? कुदरत। 7 का पहाड़ा चलता है, पहली प्रॉब्लम आएगी 7वें दिन, फिर 14वें दिन, फिर 21वें दिन, फिर 29वें दिन। ये सब मैंने कैलकुलेट किया हुआ है। हेलो। और 40 दिन जब आप कंप्लीट कर जाते हो फिर प्रॉब्लमें चेंज हो जाएंगी। लेकिन ये करते करते आपको 90 दिन पूरा जाना है। 90 डेज निरंतर। आप यहां पे कुछ बात करना चाहें तो कर सकते हो। ये फार्मूला है। जो धार्मिक लोग हैं वो 40 दिन की महत्वता को समझते होंगे कि 40 दिन का पाठ होता है, 40 दिन का चलिया होता है। हनुमान चालीसा भी 40 दिन किया जाता है। चालीसा का मतलब ही क्या होता है? 40 दिन का। और जो पहले 40 दिन कर गया तो अगले उसमें पहुंच गया, और जो 90 दिन कर गया पूरा कर गया। हम लोग अक्सर अपनी फाइट, अपनी जिद, अपने काम, अपनी मेहनत उस 90 दिन के पहले छोड़ देते हैं। कम करने लग जाते हैं बिना, जब देखते यार रिजल्ट तो आया नहीं, चल छोड़। और ये हम एक जगह नहीं करते, हर बार करते हैं, और फिर जिंदगी ऐसे निकल जाती। हेलो। थोड़ा सा बोल दिया, अब आपने कहा था। थैंक यू। सो ये जो चर्चा है आज की, इसे थोड़ा वाइंड अप कर लेते हैं। वाइंड अप ये कर लेते हैं कि हम लोग ये सोच के चल रहे हैं कि एक फैमिली बनाए जो काम भी साथ में करे
और इंजॉय भी साथ में करें और तरक्की भी साथ में करें। हेलो, एक फैमिली बनाते हैं जो काम भी साथ में करे, इंजॉय भी साथ में करे और तरक्की भी साथ में करे। ऐसा हम लोग सोचते हैं। क्या ऐसा आप लोग भी सोचते हो? अगर ऐसा आप लोग सोचते हो, फिर मैं ये कहता हूँ मिलके चलते हैं, मिलके चलते हैं और जीत जाएंगे। भरोसा रखना। 90 दिन का कोर्स करते हैं, बिना खिंच के बात करते हैं, रेगुलर मेहनत करते हैं और परिवार की तरह लेते हैं एक दूसरे को। बाहर नहीं ले सकते, जैसे इन्होंने कहा कि बाहर नहीं कर सकते। कुछ लोग तो आपस में कर सकते कि नहीं कर सकते? नहीं। और जहां भी मर्जी चले जाओ, हल यही है। क्या मसला यहीं से ठीक होगा। और गले लगने की प्रैक्टिस करो प्लीज। माँ बाप बच्चे आपस में जितना गले लग सकते हो प्लीज लगो, आराम मिलता है। हेलो, एक दो बातें और करूंगा, मुझे लग रहा है कि कर लेनी चाहिए। हम लोग जिंदा लोग हैं, हमें ऑक्सीजन चाहिए। जहां भी खेत खलियान खाली मिले आपको, वहां लंबे लंबे सांस लो और अपने आप को ऑक्सीजन के बीच में रखो। और जहां ऑक्सीजन कम है, कोशिश करो कि थोड़ा वहां से हट के रहो। घर में ऑक्सीजन की मात्रा हो, खिड़कियां दरवाजे खुले रखो, जरूरी है। बिना खिंच के बात करो। और ये जो मशीन है, इसकी जानकारी, जो इसकी खुराक है, वो इंफॉर्मेशन है। हमेशा लोगों से 21 रहो। जो आपके आसपास लोग हैं उनसे 21 रहो। कैसे? इसमें रोज कुछ नया डालो, इसमें रोज कुछ नया डालो। चाहे वो किताब हो, चाहे वो आवाज हो, कुछ हो, इसमें रोज कुछ नया डालो। ये आपको हमेशा 21 रखेगी। नहीं, इसकी खुराक जानकारी है। ये 2-4 चीजें आपसे मैंने की है। पिछली बार बेस बनाया था, उसका मुझे सबसे ज़्यादा खुशी इस बच्चे ने यह कहा कि उस मीटिंग के बाद, वो जो पिछली बार हमने की थी, उसके बाद इसने फैसला लिया, या जो भी इसने, मुझे नहीं पता इसने क्या बदलाव अपने आप में किए। अगर तो कुछ कहना चाहे, क्या बदलाव किया तूने? कुछ नहीं, बस ट्रस्ट किया और एक आगे कदम बढ़ाया। तो अगर इसने हमें आज फिर हौसला दिया है कि हम लोग जीत सकते हैं, हम लोग जीत सकते हैं। तो ऐसे ही फिर सिलसिला शुरू करेंगे अगली बार फिर मिल। कि ਅਸੀਂ ਇਹ ਕਹਿੰਦੇ ਸੀ ਅਸੀਂ ਜੌਬ ਕਰਨੀ ਹੈ, ਅਸੀਂ ਤੁਹਾਨੂੰ ਜੌਬ ਨਹੀਂ। ਇਹ ਸਾਡਾ ਸਾਰਿਆਂ ਦੀ ਇੱਕੋ ਹੀ ਸੋਚ ਹੈ। ਇਹ ਜਿਹਨੂੰ ਵੀ ਪੁੱਛਦੇ ਕਿ ਜੌਬ ਕਰਨੀ ਹੈ, ਉਹ ਕਹਿੰਦੇ ਨਹੀਂ ਅਸੀਂ ਜੌਬ ਨਹੀਂ ਕਰਨੀ। ਹੋ ਸਕਦਾ ਅਸੀਂ ਕਹਿੰਦਾ ਅਸੀਂ ਜੌਬ ਛਡਾਣੀ ਹੈ ਤਾਂ ਤੁਸੀਂ ਸਾਡੇ ਕੋਲ ਆਓ, ਅਸੀਂ ਜੌਬ ਤੇ ਨਹੀਂ ਰੱਖਣਾ ਕਿਸੇ ਨੂੰ। नहीं, ये अच्छी बात है। बिजनेस लोग मेंटालिटी ही सबकी जॉब वाली कर रखी है ना। हम लोग क्यों ना बिजनेस मेंटालिटी से चले? हम लोग क्यों इसको इतना बड़ा नहीं कर सकते? कल को ये कहे कि मेरे पास 1 लाख 2 लाख 3 लाख रुपए महीना आता है, क्यों ना करें? हेलो, जॉब पे तो कैप लगी हुई है। हाँ? लेकिन अगर हम मिलकर चले ना, हम लोग सच में जीत जाएंगे। आने एक बात मेरी और ध्यान में रखना, आने वाले टाइम में उन लोगों की बहुत बड़ी कीमत लगने वाली है जो बिना खिंचे काम निकालना जानते हैं। हेलो, घर बचाना है तब ये फार्मूला है, बिजनेस खड़ा करना है तब ये फार्मूला है, और जब अपने से बात करनी, ये बहुत दूर का घर है। मुझे उम्मीद है कि एक दिन हम लोग इस बात की भी चर्चा यहाँ पे कभी करेंगे। तो आज मैं यही कहूँगा कि आपने इतना समय दिया, हम लोग मिलकर बैठे, एक दूसरे को हौसला दिया, यही ज़रूरी था और हमने किया। आज तक तो हम जीत गए हैं, नहीं? अभी तक तो हम लोग जिंदा हैं और जीते हुए हैं। हेलो, इसको कंटिन्यू रखते हैं, इसको जारी रखते हैं और इस मैसेज को जंग की तरह लेते हैं कि मिल के रहो, एक दूसरे के साथ रहना सीखो, प्यार करो, ममता करो, गले लगो, गल्ला करो, क्योंकि यही हल है। नहीं बस जी, थैंक यू सो मच, थैंक यू बस मैं निकला।